ए शरीरा मेरिया इस जग में आए कै क्या तुध कर्म कमाया। के कर्म कमाया तुध शरीरा जा तू जग में आया। जिन हर तेरा रचन रचया सो हर मन न वसाया। गुर प्रसादी हर मन वसया पूरब लिखया पाया। कह नानक एह शरीर परवान होआ। जिन सतगुर स्यों चित लाया। रैन गवाई सोए कै दिवस गवाया खाए। हीरे जैसा जन्म है कौड़ी बदल जाए। नाम ना जानिया राम का मुड़े फिर पाछे पछताहे रे। तेरे गुण बहुते मैं एक ना जानिया। मैं मूर्ख किछ दीजै प्रणवत नानक सुन मेरे साहिबा। डुबदा पत्थर लीजै प्रणवत नानक सुन मेरे साहिबा। डुबदा पत्थर लीजै। वाहिगुरु जी का खालसा वाहिगुरु जी की फतेह। खंडां ब्रह्मंडां दे मालक रहमतां दे साईं हलत पलत के राखे दीन दयाल राजान राज पानान पान देवान देव उपमा महान जुगो जुग अटल साहिब श्री गुरु ग्रंथ साहिब जी महाराज आप जी की पावन पवित्र हजूरी का आनंद मान रहे सत्संगी जनों। वडभागे हाँ जो अमृत वेला सच नाम वडियाई विचार की संभाल कर रहे हाँ। सतगुरु रहमत कर रहे हम। आप जी ने बड़े प्यार सत्कार अदब दे नाल गुरु के कीर्तनिया पासों अमृतमयी कीर्तन सरवण कीता है। अज फिर सतगुरु ने साडे ते रहमत कीती। आवो मिलो सहेलियो अंक सहेलड़ियां मिलके करे कहानियां समरथ कंत कियां। गुरमत विचार दा समा बख्शिया ताकि साडे जीवन दे अंदर ज्ञान दा प्रकाश हो सके। कलयुग दा समा है। इस भयानक समय दे अंदर मनुख संसारक पदार्थां दे विच लिपाएमान है। संसार दे पदार्थ
ਜਿਨ੍ਹਾਂ ਦੀ ਮਨੁੱਖ ਨੂੰ ਬਹੁਤ ਜ਼ਿਆਦਾ ਚਮਕ ਦਿਖਦੀ ਹੈ, ਉਸ ਚਮਕ ਦੇ ਕਾਰਨ ਮਨੁੱਖ ਸੰਸਾਰਕ ਪਦਾਰਥਾਂ ਦੇ ਵੱਲ ਜ਼ਿਆਦਾ ਆਕਰਸ਼ਿਤ ਹੈ। ਸਿਆਣੇ ਆਖਦੇ ਹਨ ਕਿ ਹਰ ਚਮਕਦੀ ਹੋਈ ਚੀਜ਼ ਸੋਨਾ ਨਹੀਂ ਹੁੰਦੀ, ਪਰੰਤੂ ਅੱਜ ਮਨੁੱਖ ਦੀ ਹਾਲਤ ਇਹ ਹੈ ਕਿ ਇਹਨੂੰ ਹਰ ਚਮਕਦੀ ਹੋਈ ਚੀਜ਼ ਸੋਨਾ ਹੀ ਦਿਖਦੀ ਹੈ। ਇਸ ਲਈ ਅੱਜ ਮਨੁੱਖ ਦਾ ਜਿਹੜਾ ਝੁਕਾਅ ਹੈ ਉਹ ਸੰਸਾਰ ਦੇ ਵੱਲ ਜ਼ਿਆਦਾ ਹੈ, ਕਰਤਾਰ ਦੇ ਵੱਲ ਘੱਟ ਹੈ। ਇਹੀ ਕਾਰਨ ਹੈ ਕਿ ਅੱਜ ਸਾਡੇ ਜੀਵਨ ਦੇ ਅੰਦਰ ਦੁੱਖਾਂ ਦੀ ਭਰਮਾਰ ਹੈ। ਸੁੱਖ ਦੇ ਜੀਵਨ ਦੇ ਅੰਦਰ ਕਦੀ ਨਸੀਬ ਹੁੰਦਾ ਹੈ, ਅਨਿਆਥਾ ਮਨੁੱਖ ਹਰ ਵੇਲੇ ਦੁਖੀ ਹੀ ਰਹਿੰਦਾ ਹੈ। ਕਦੀ ਕਿਸੇ ਵਸਤੂ ਦੀ ਪ੍ਰਾਪਤੀ ਦੀ ਚਿੰਤਾ ਕਿ ਫਲਾਣੀ ਚੀਜ਼ ਮਿਲ ਜਾਵੇ, ਫਲਾਣਾ ਕੰਮ ਹੋ ਜਾਵੇ। ਮਨੁੱਖ ਹਮੇਸ਼ਾ ਹੀ ਇਹੀ ਜਾਲ ਬੁਣਦਾ ਰਹਿੰਦਾ ਹੈ। ਉਸਨੂੰ ਜੀਵਨ ਦੇ ਅੰਦਰ ਸੁੱਖ ਨਹੀਂ ਮਿਲਦਾ। ਉਸਨੂੰ ਇਹ ਨਹੀਂ ਪਤਾ ਕਿ ਆਪਣੇ ਜੀਵਨ ਦੇ ਅੰਦਰ ਇਹ ਦੁੱਖ ਉਸਨੇ ਆਪਣੀ ਬੇਸਮਝੀ ਦੇ ਕਾਰਨ ਪੈਦਾ ਕੀਤਾ ਹੈ। ਸਾਡੇ ਜੀਵਨ ਦੇ ਅੰਦਰ ਬੇਸਮਝੀ ਹੈ, ਅਗਿਆਨਤਾ ਹੈ, ਜਿਸ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਅਗਿਆਨਤਾ ਨੂੰ ਦੂਰ ਕਰਨ ਦਾ ਪੂਰਾ ਯਤਨ ਕਰਦੇ ਹਨ। ਸਾਨੂੰ ਹਰ ਰੋਜ਼ ਗੁਰੂ ਜੀ ਉਪਦੇਸ਼ ਕਰਦੇ ਹਨ। ਅਸੀਂ ਪਿਛਲੇ ਜੋ ਸ਼ਬਦ ਦੀ ਵਿਚਾਰ ਕੀਤੀ ਸੀ, ਉਸ ਸ਼ਬਦ ਦੀ ਵਿਚਾਰ ਦਾ ਸਿੱਟਾ ਜੋ ਗੁਰੂ ਜੀ ਨੇ ਕੱਢਿਆ ਸੀ, ਕਿਉਂਕਿ ਲੜੀਵਾਰ ਕਥਾ ਚੱਲ ਰਹੀ ਹੈ ਔਰ ਲੜੀਵਾਰ ਕਥਾ ਸ਼ਬਦਾਂ ਦੇ ਵਿੱਚ ਲੜੀਵਾਰਤਾ ਦੇ ਨਾਲ ਹੀ ਸਾਡੇ ਜੀਵਨ ਦੇ ਅੰਦਰ ਤਬਦੀਲੀ ਆਉਂਦੀ ਹੈ। ਪਿਛਲੇ ਸ਼ਬਦ ਦੀ ਜਦੋਂ ਸਮਾਪਤੀ ਹੋਈ ਸੀ, ਸਤਿਗੁਰੂ ਨੇ ਇਤਨੀ ਕੁ ਦਇਆ ਦ੍ਰਿਸ਼ਟੀ ਮਨੁੱਖ ਤੇ ਕਰ ਦਿੱਤੀ ਸੀ ਕਿ ਉਹ ਹਰੀ ਰਸ ਦੇ ਨਾਲ ਮਨੁੱਖ ਗੜੁੱਚ ਹੋ ਗਿਆ ਸੀ। ਹਰ ਵੇਲੇ ਹਰੀ ਰਸ ਦੇ ਵਿੱਚ ਹੀ ਰਹਿੰਦਾ ਸੀ। ਭਾਵ ਉਹਦਾ ਉੱਠਣਾ, ਬੈਠਣਾ, ਸੌਣਾ, ਜਾਗਣਾ ਸਭ ਕੁਝ ਨਾਮ ਹੀ ਤੇ ਹੋ ਗਿਆ ਹੈ। ਦੇਖਣਾ, ਨਾਮ ਜਪਣਾ, ਕੋਈ ਕੇਵਲ ਗੁਟਕਾ ਪਕੜ ਕੇ ਹੀ ਨਾਮ ਜਪਣਾ ਨਹੀਂ ਹੈ, ਬਲਕਿ ਜਦੋਂ ਗੁਟਕਾ ਧਰ ਵੀ ਦਿੰਦੇ ਹਾਂ ਉਦੋਂ ਵੀ ਮਨੁੱਖ ਨਾਮ ਜਪਦਾ ਹੈ। ਕਿਉਂਕਿ ਗੁਟਕੇ ਦੇ ਵਿੱਚੋਂ ਜਿਹੜੀ ਬਾਣੀ ਪੜ੍ਹੀ ਜਾਂਦੀ ਹੈ ਉਹ ਬਾਣੀ ਤੇ ਹਰ ਵੇਲੇ ਨਾਲ ਹੁੰਦੀ ਹੈ। ਗੁਰੂ ਜੀ ਦੇ ਦਿੱਤੇ ਹੋਏ ਸਿਧਾਂਤ, ਗੁਰੂ ਜੀ ਦਾ ਉਪਦੇਸ਼ ਤੇ ਉਹ ਸਿੱਖ ਦੇ ਹਰ ਵੇਲੇ ਨਾਲ ਹੁੰਦਾ ਹੈ। ਇਸ ਲਈ ਜਿਹੜਾ ਸਿੱਖ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ, ਜੋ ਸਿੱਖ ਗੁਰੂ ਦੇ ਬਚਨਾਂ ਨੂੰ ਆਪਣੇ ਪੱਲੇ ਬੰਨ ਲੈਂਦਾ ਹੈ ਤੇ ਸੱਚਮੁੱਚ ਉਹਦਾ ਉੱਠਣਾ, ਬੈਠਣਾ, ਸੌਣਾ, ਚੱਲਣਾ, ਫਿਰਨਾ, ਨਾਮ ਜਪਣਾ ਹੀ ਬਣ ਜਾਂਦਾ ਹੈ। ਉਹ ਸਵਾਸ ਸਵਾਸ ਪਰਮਾਤਮਾ ਦੇ ਨਾਲ ਹੀ ਜੁੜਿਆ ਰਹਿੰਦਾ ਹੈ। ਲੋੜ ਹੈ ਕਿ ਗੁਰੂ ਦੀ ਬਾਣੀ ਦਾ ਗਿਆਨ ਆਪਣੇ ਹਿਰਦੇ ਦੇ ਅੰਦਰ ਵਸਾਇਆ ਜਾਏ, ਕਿਉਂਕਿ ਜਿਹੜਾ ਗਿਆਨ ਹੈ ਉਹ ਪਾਪ ਦਾ, ਅਗਿਆਨ ਦਾ ਨਾਸ਼ ਕਰਦਾ ਹੈ। ਜਦ ਤੱਕ ਸਾਡੇ ਅੰਦਰ ਗਿਆਨ ਨਹੀਂ ਹੈ ਤਦ ਤੱਕ ਸਾਡੇ ਅੰਦਰ ਅਗਿਆਨ ਹੈ। ਸਿਆਣੇ ਜਾਣਦੇ ਹਨ ਕਿ ਜਦੋਂ ਸੂਰਜ ਚੜ੍ਹ ਜਾਂਦਾ ਹੈ ਹਨੇਰਾ ਆਪਣੇ ਆਪ ਅਲੋਪ ਹੋ ਜਾਂਦਾ ਹੈ, ਤੇ ਜਦੋਂ ਸੂਰਜ ਅਸਤ ਹੋ ਜਾਂਦਾ ਹੈ ਹਨੇਰਾ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ ਹੈ। ਸਤਿਗੁਰ ਦੀ ਬਾਣੀ ਪੜ੍ਹੋ, ਪਤਾ ਲੱਗੇਗਾ। ਦੇਖੋ ਭਾਈ, ਗਿਆਨ ਕੀ ਆਈ ਆਂਧੀ। ਬਾਬਾ ਕਬੀਰ ਜੀ ਕਹਿੰਦੇ ਨੇ, ਭਾਈ ਦੇਖੋ, ਇਸ ਸੰਸਾਰ ਦੇ ਅੰਦਰ ਪਰਮਾਤਮਾ ਦਾ ਜੋ ਸਿਧਾਂਤ ਹੈ ਉਹ ਗਿਆਨ ਦੀ ਹਨੇਰੀ ਲੈ ਕੇ ਆਇਆ ਹੈ। ਹਨੇਰੀ ਦੇ ਬਾਰੇ ਆਪ ਜਾਣਦੇ ਹੋ। ਹਨੇਰੀ ਮਿੱਟੀ, ਘਟਾ, ਕੂੜ, ਕਰਕਟ ਸਭ ਕੁਝ ਉਡਾ ਕੇ ਲੈ ਜਾਂਦੀ, ਕੁਝ ਵੀ ਨਹੀਂ ਰਹਿਣ ਦਿੰਦੀ, ਮੈਦਾਨ ਨੂੰ ਬਿਲਕੁਲ ਸਾਫ਼ ਕਰ ਦਿੰਦੀ ਹੈ। ਤੇ ਜਿਹੜੀ ਗਿਆਨ ਦੀ ਹਨੇਰੀ ਸਾਡੇ ਜੀਵਨ ਦੇ ਅੰਦਰ ਆਂਦੀ ਹੈ, ਉਹ ਸਾਡੇ ਜੀਵਨ ਦੇ ਅੰਦਰ ਜਿਤਨਾ ਵੀ ਕੂੜਾ ਕਰਕਟ ਹੈ, ਜਿਤਨੀਆਂ ਵੀ ਬੁਰਾਈਆਂ ਹਨ, ਜਿਤਨੀਆਂ ਵੀ ਵਾਸ਼ਨਾਵਾਂ ਹਨ, ਜਿਤਨਾ ਵੀ ਸਾਡੇ ਅੰਦਰ ਕ੍ਰੋਧ ਹੈ, ਉਹ ਗਿਆਨ ਦੀ ਹਨੇਰੀ ਸਾਰਾ ਜਿਹੜਾ ਕੂੜਾ ਕਰਕਟ ਹੈ ਉਸ ਨੂੰ ਖਤਮ ਕਰਕੇ ਸਾਡੇ ਹਿਰਦੇ ਰੂਪੀ ਮੈਦਾਨ ਨੂੰ ਬਿਲਕੁਲ ਸਾਫ਼ ਕਰ ਦਿੰਦੀ ਹੈ।
ਤੇ ਜਦੋਂ ਇਹ ਮਨ ਫਿਰ ਸਾਫ਼ ਹੋ ਜਾਂਦਾ ਹੈ, ਇਹ ਭਾਂਡਾ ਸਵੱਛ ਹੋ ਜਾਂਦਾ ਹੈ, ਇਹ ਭਾਂਡਾ ਫਿਰ ਆਪਣੇ ਅੰਦਰ ਗੁਰੂ ਦੇ ਗਿਆਨ ਤੋਂ ਇਲਾਵਾ ਕਿਸੇ ਹੋਰ ਚੀਜ਼ ਦੀ ਮੰਗ ਨਹੀਂ ਕਰਦਾ। ਫਿਰ ਤੇ ਇਹਦੇ ਅੰਦਰ ਦਿਨ ਰਾਤੀ ਆਰਾਧੋ ਪਿਆਰੋ ਵਾਲੀ ਜੋ ਸਿੱਖ ਹੈ ਉਹ ਪੈਦਾ ਹੋ ਜਾਂਦੀ ਹੈ। ਦਰਅਸਲ ਆਪਣੇ ਅੰਦਰ ਸਿੱਖ ਹੀ ਤੇ ਪੈਦਾ ਕਰਨੀ ਹੈ, ਇੱਕ ਤਾਂਘ ਪੈਦਾ ਕਰਨੀ ਹੈ, ਇੱਕ ਹੂਕ ਪੈਦਾ ਕਰਨੀ ਹੈ। ਔਰ ਹੂਕ ਉਦੋਂ ਪੈਦਾ ਹੋਵੇਗੀ ਜਦੋਂ ਸਾਡੇ ਅੰਦਰ ਗਿਆਨ ਹੋਵੇਗਾ। ਗਿਆਨ ਜ਼ਰੂਰੀ ਹੈ। ਗਿਆਨ ਤੋਂ ਬਿਨਾਂ ਸਾਡੇ ਅੰਦਰ ਧਰਮ ਨਹੀਂ ਟਿਕ ਸਕਦਾ। ਤੇ ਜੇ ਗਿਆਨ ਤੋਂ ਬਿਨਾਂ ਵਾਲਾ ਧਰਮ ਹੈ ਫਿਰ ਉਹ ਅੰਨੀ ਸ਼ਰਧਾ ਬਣ ਜਾਂਦੀ ਹੈ। ਔਰ ਐਸੀ ਹਾਲਤ ਵਿੱਚ ਮਨੁੱਖ ਹਰ ਤਰ੍ਹਾਂ ਦੇ ਕਰਮ ਕਾਂਡ ਕਰਦਾ ਰਹਿੰਦਾ ਹੈ ਤੇ ਸਮਝਦਾ ਹੈ ਕਿ ਮੈਂ ਧਰਮ ਕਮਾ ਰਿਹਾ ਹਾਂ। ਪਰ ਸਤਿਗੁਰ ਸਾਨੂੰ ਗਿਆਨ ਦੀ ਦਾਤ ਬਖਸ਼ਦੇ ਹਨ, ਗਿਆਨ ਅੰਜਨ ਦਿੰਦੇ ਹਨ, ਜਿਹਦੇ ਨਾਲ ਸਾਡੇ ਅੰਦਰ ਸਾਡਾ ਧਰਮ ਟਿਕ ਸਕਦਾ ਹੈ, ਜੀਵਨ ਟਿਕ ਸਕਦਾ ਹੈ। ਆਓ ਬੜੇ ਪਿਆਰ ਦੇ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੋ ਬਚਨ ਹਨ ਉਹਨਾਂ ਨੂੰ ਪਿਆਰ ਦੇ ਨਾਲ ਸੁਣੀਏ ਅਤੇ ਹਿਰਦੇ ਵਿੱਚ ਵਸਾਈਏ ਜੀ। ਆਸਾ ਮਹਲਾ ਪੰਜਵਾ। ਕਾਮ ਕ੍ਰੋਧ ਲੋਭ ਮੋਹ ਮਿਟਾਵੇ, ਛੁਟ ਕੇ ਦੁਰਮਤ ਆਪਣੀ ਧਾਰੀ। ਸਾਡੇ ਜੀਵਨ ਦੀ ਮੂਲ ਸਮੱਸਿਆ ਕਿਸ ਕਾਰਨ ਪੈਦਾ ਹੁੰਦੀ ਹੈ? ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸਭ ਤੋਂ ਪਹਿਲੇ ਉਸ ਕਾਰਨ ਨੂੰ ਬਿਆਨ ਕਰਦੇ ਹਨ ਕਿ ਸਾਡੇ ਜੀਵਨ ਦੇ ਅੰਦਰ ਕਾਮਨਾਵਾਂ ਹਨ, ਕ੍ਰੋਧ ਹੈ, ਲੋਭ ਹੈ, ਮੋਹ ਹੈ। ਇਹਨਾਂ ਸਭ ਦਾ ਕਾਰਨ ਕੀ ਹੈ? ਦੁਰਮਤ, ਮਾੜੀ ਮਤ। ਮਾੜੀ ਮਤ ਦੇ ਕਾਰਨ ਸਾਡੇ ਜੀਵਨ ਦੇ ਅੰਦਰ ਖਲਾ ਹੈ, ਸਾਡੇ ਜੀਵਨ ਦੇ ਅੰਦਰ ਸਮੱਸਿਆਵਾਂ ਹਨ। ਅਗਰ ਇਹ ਮਾੜੀ ਮਤ ਸ਼ੁਭ ਮਤ ਦੇ ਵਿੱਚ ਤਬਦੀਲ ਹੋ ਜਾਵੇ। ਹੁਣ ਮਾੜੀ ਮਤ ਦੇ ਕਾਰਨ ਕੀ ਹਨ? ਮਾੜੀ ਮਤ ਅਗਿਆਨਤਾ ਦੇ ਕਾਰਨ ਹੈ। ਮਾੜੀ ਮਤ ਦੇ ਕਾਰਨ ਮਨੁੱਖ ਸੰਸਾਰਕ ਪਦਾਰਥ ਇਕੱਤਰ ਕਰਨ ਦੇ ਵਾਸਤੇ ਲੱਗਾ ਹੋਇਆ ਹੈ। ਇਸ ਲਈ ਨਾ ਇਹਨੂੰ ਭੈਣ ਦੀ ਸ਼ਰਮ ਹੈ, ਨਾ ਭਰਾ ਦੀ ਸ਼ਰਮ ਹੈ, ਨਾ ਪਿਓ ਦੀ, ਨਾ ਮਾਂ ਦੀ, ਨਾ ਰਿਸ਼ਤੇਦਾਰਾਂ ਦੀ, ਨਾ ਸਮਾਜ ਦੀ। ਦੋਨਾਂ ਹੱਥਾਂ ਦੇ ਨਾਲ ਇਹ ਲੁੱਟਣ ਤੇ ਲੱਗਾ ਹੋਇਆ ਕਿ ਇਹ ਚੀਜ਼ ਵੀ ਮੇਰੀ ਹੋ ਜਾਵੇ, ਇਹ ਚੀਜ਼ ਵੀ ਮੇਰੀ ਹੋ ਜਾਵੇ। ਇਹ ਸਭ ਦੁਰਮਤ ਦਾ ਕਾਰਨ ਹੈ। ਅਗਰ ਇਹਦੇ ਅੰਦਰ ਗੁਰਮਤ ਆ ਜਾਵੇ ਫਿਰ ਇਹਦੀ ਜੋ ਜੀਵਨ ਸ਼ੈਲੀ ਹੈ ਉਹ ਬਦਲ ਜਾਵੇ। ਇਹ ਜੀਵਨ ਦੇ ਅੰਦਰ ਜਿਤਨਾ ਵੀ ਸ਼ੋਰ ਸ਼ਰਾਬਾ ਪਿਆ ਹੋਇਆ ਹੈ ਇਹ ਦੁਰਮਤ ਦੇ ਕਾਰਨ ਹੈ, ਮਾੜੀ ਮਤ ਦੇ ਕਾਰਨ ਹੈ। ਹੁਣ ਸਵਾਲ ਇਹ ਹੈ, ਅਗਰ ਇਹ ਮਾੜੀ ਮਤ ਬਦਲਣੀ ਹੈ ਤੇ ਮਾੜੀ ਮਤ ਬਦਲੀ ਕਿਸ ਤਰ੍ਹਾਂ ਜਾਵੇ? ਗੱਲ ਫਿਰ ਉੱਥੇ ਆ ਕੇ ਖੜ ਜਾਂਦੀ ਹੈ ਕਿ ਮਾੜੀ ਮਤ ਗੁਰੂ ਦੇ ਗਿਆਨ ਦੇ ਦੁਆਰਾ ਬਦਲੀ ਜਾ ਸਕਦੀ ਹੈ। ਹੁਣ ਗੁਰੂ ਜੀ ਬਾਣੀ ਦੇ ਵਿੱਚ ਉਦਾਹਰਨ ਦਿੰਦੇ ਹਨ, ਕਿਉਂਕਿ ਮਨੁੱਖ ਦੀ ਆਦਤ ਹੈ ਇਕੱਠਾ ਕਰਨ ਦੀ। ਮਨੁੱਖ ਧਨ ਇਕੱਠਾ ਕਰਦਾ ਹੈ, ਧੀਆਂ ਪੁੱਤਰਾਂ ਦੇ ਵਾਸਤੇ ਮਕਾਨ ਬਣਾਉਂਦਾ ਹੈ, ਧਨ ਬਣਾਉਂਦਾ ਹੈ, ਸਭ ਕੁਝ ਇਕੱਤਰ ਕਰਦਾ ਰਹਿੰਦਾ ਹੈ। ਗੁਰੂ ਜੀ ਇਸ ਨੂੰ ਜੇ ਗਿਆਨ ਦੇ ਦੇਣ, ਇਹ ਗੁਰੂ ਜੀ ਕੋਲ ਗਿਆਨ ਲੈ ਲਵੇ, ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਣੀ। ਇਹ ਹੁਣ ਗਿਆਨ ਹੈ। ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਣੀ ਹੈ। ਭਾਈ ਇਹ ਸੰਸਾਰ ਤੇ ਜਿਤਨੇ ਵੀ ਆਰਟੀਕਲ ਤੂੰ ਦੇਖ ਰਿਹਾ, ਜਿਤਨੇ ਵੀ ਤੇਰੇ ਘਰ ਦੇ ਵਿੱਚ ਆਰਟੀਕਲ ਹਨ, ਆਬਜੈਕਟਸ ਹਨ, ਉਹ ਸਾਰੇ ਹੀ ਤੂੰ ਇੱਥੇ ਹੀ ਛੱਡ ਜਾਣੇ ਆ, ਨਾਲ ਕੋਈ ਵੀ ਨਹੀਂ ਜਾਣਾ। ਇਸ ਲਈ ਇਹ ਮਾੜੀ ਮਤ ਨੂੰ ਦੂਰ ਕਰਨ ਦਾ ਇੱਕ ਨੁਸਖਾ ਹੈ, ਮੈਥਡ ਹੈ। ਜੇ ਨਾਲ ਕੁਝ ਵੀ ਨਹੀਂ ਜਾਣਾ, ਜੇ ਸਾਰੀ ਸਮੱਗਰੀ ਇੱਥੇ ਹੀ ਰਹਿ ਜਾਣੀ ਹੈ, ਫਿਰ ਇਹ ਸਮੱਗਰੀ ਕਮਾਉਣ ਦੇ ਵਾਸਤੇ ਮਾੜੀ ਮਤ ਅਖਤਿਆਰ ਕਿਉਂ ਕਰਨੀ? ਫਿਰ ਇਹ ਸਮੱਗਰੀ ਬਣਾਉਣ ਦੇ ਵਾਸਤੇ ਬੇਈਮਾਨੀ, ਧੋਖਾ ਧੜੀ, ਜਾਲਸਾਜੀ ਕਿਉਂ ਕਰਨੀ? ਇਹ ਮੇਨ ਨੁਕਤੇ ਹਨ
ਦੁਰਮਤ ਦੇ ਮੇਨ ਸਿੰਪਟਮ ਹਨ ਦੁਰਮਤ ਦੇ, ਕਿ ਸਾਡੇ ਅੰਦਰ ਦੁਰਮਤ ਹੈ, ਦੁਰਮਤ ਦੀਆਂ ਨਿਸ਼ਾਨੀਆਂ ਹਨ। ਜਿਹਦੇ ਅੰਦਰ ਜਾਲਸਾਜੀ ਹੈ, ਧੋਖਾ ਧੜੀ ਹੈ, ਫਰੇਬ ਹੈ, ਜਿਹਦੇ ਅੰਦਰ ਮਨੁੱਖਤਾ ਦੇ ਪ੍ਰਤੀ ਨਫ਼ਰਤ ਹੈ, ਉਸ ਮਨੁੱਖ ਦੀ ਜਿਹੜੀ ਮਾੜੀ ਮੱਤ ਹੈ। ਪਰ ਉਹ ਮਾੜੀ ਮੱਤ ਤਬਦੀਲ ਹੋ ਜਾਵੇ ਜੇ ਮਨੁੱਖ ਨੂੰ ਪਤਾ ਲੱਗ ਜਾਵੇ, ਭਾਈ ਜੋ ਸਮੱਗਰੀ ਮੈਂ ਇਕੱਤਰ ਕਰ ਰਿਹਾ ਹਾਂ ਉਹ ਸਮਾਨ ਤੇ ਰੰਚਕ ਮਾਤਰ ਵੀ ਮੇਰੇ ਨਾਲ ਨਹੀਂ ਜਾਣਾ, ਤੇ ਫਿਰ ਮਨੁੱਖ ਸੋਚੇਗਾ ਕਿ ਜੇ ਇਹ ਸਮਾਨ ਮੇਰੇ ਨਾਲ ਨਹੀਂ ਜਾਣਾ, ਉਸਨੂੰ ਗਿਆਨ ਹੋ ਜਾਵੇ ਕਿ ਸਭ ਕੁਛ ਆਪਣਾ ਕਰ ਕਰ ਰਾਖਿਆ, ਖਿਨ ਮੈਂ ਭਇਆ ਪਰਾਇਆ। ਗੁਰੂ ਜੀ ਗਿਆਨ ਦੇਣ ਵਾਸਤੇ, ਮਤ ਤਬਦੀਲ ਕਰਨ ਵਾਸਤੇ ਦੱਸਦੇ ਹਨ ਕਿ ਭਾਈ ਕਿ ਸਾਰਾ ਕੁਝ ਆਪਣਾ ਆਪਣਾ ਕਰਕੇ ਸਾਂਭਿਆ ਹੋਇਆ ਸੀ, ਕਿ ਇਹ ਵੀ ਮੇਰਾ ਹੈ, ਇਹ ਵੀ ਮੇਰਾ, ਫਲਾਣੇ ਟਰੰਕ ਨੂੰ ਵੀ ਤਾਲਾ ਲਾ ਕੇ ਚਾਬੀ ਸਾਂਭੀ ਹੋਈ ਹੈ, ਅਲਮਾਰੀ ਨੂੰ ਵੀ ਤਾਲਾ ਲਾ ਕੇ ਚਾਬੀ ਸਾਂਭੀ ਹੋਈ ਹੈ, ਬਹੁਤ ਸਾਰਾ ਧਨ ਸੋਨਾ ਆਦਿਕ ਬੈਂਕ ਦੇ ਲੋਕਰ ਦੇ ਵਿੱਚ ਪਿਆ ਹੋਇਆ ਹੈ, ਉਹ ਕਿਸੇ ਦੇ ਕੰਮ ਨਹੀਂ ਆਉਂਦਾ, ਕਿਸੇ ਗਰੀਬ ਗੁਰਬੇ ਦੇ ਕੰਮ ਨਹੀਂ ਆਉਂਦਾ, ਉਹਨੂੰ ਆਪਣੇ ਸਵਾਰਥ ਦੇ ਵਾਸਤੇ ਸਾਂਭ ਕੇ ਰੱਖਿਆ ਹੋਇਆ ਹੈ। ਪਰ ਗੁਰੂ ਜੀ ਕਹਿੰਦੇ ਨੇ ਉਹ ਤੇ 1 ਮਿੰਟ ਦੇ ਵਿੱਚ ਪਰਾਇਆ ਹੋ ਜਾਂਦਾ ਹੈ। ਦੁਰਮਤ ਦਾ ਸਿੰਪਟਮ ਹੈ ਕਿ ਮਨੁੱਖ ਨੇ ਧਨ ਲੋਕਾਂ ਤੋਂ ਲੁਕੋ ਕੇ ਰੱਖਿਆ, ਧੀਆਂ ਪੁੱਤਰਾਂ ਤੋਂ ਲੁਕੋ ਕੇ ਰੱਖਿਆ ਹੋਇਆ ਹੈ। ਪਰ ਗੁਰੂ ਜੀ ਸਮਝਾ ਦਿੰਦੇ ਨੇ ਕਿ ਭਾਈ ਇਹ ਜਿਹੜਾ ਧਨ ਹੈ ਨਾ, ਇਹ ਧਨ ਤੇ 1 ਖਿਨ ਦੇ ਵਿੱਚ ਪਰਾਇਆ ਹੋ ਜਾਣਾ ਹੈ ਭਾਈ। ਇਸ ਕਰਕੇ ਇਹ ਜਿਹੜੀ ਤੇਰੀ ਕਿਰਿਆ ਹੈ ਇਹ ਮਾੜੀ ਹੈ। ਜਦੋਂ ਮਨੁੱਖ ਦੇ ਅੰਦਰ ਇਹ ਗਿਆਨ ਪੈਦਾ ਹੁੰਦਾ ਹੈ, ਉਦੋਂ ਉਹ ਗੁਰੂ ਜੀ ਦਾ ਉਪਦੇਸ਼ ਲੈਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗਿਆਨ ਸਾਡੇ ਵਾਸਤੇ ਉਪਦੇਸ਼ ਹੈ। ਤੇ ਸਤਿਗੁਰ ਕਹਿੰਦੇ ਜਦੋਂ ਕੋਈ ਜੀਵ ਪਰਮਾਤਮਾ ਦੇ ਨਾਮ ਰਸ ਵਿੱਚ ਹਰੰਗਿਆ ਜਾਂਦਾ ਹੈ, ਜਦੋਂ ਹਰ ਵੇਲੇ ਗੁਰੂ ਦਾ ਉਪਦੇਸ਼ ਗ੍ਰਹਿਣ ਕਰਦਾ, ਫਿਰ ਕਹਿੰਦੇ ਉਹ ਜਿਹੜਾ ਉਪਦੇਸ਼ ਹੈ ਨਾ, ਕਾਮ ਕ੍ਰੋਧ ਲੋਭ ਮੋਹ ਮਿਟਾਵੇ। ਗੁਰੂ ਦਾ ਉਪਦੇਸ਼ ਸਾਡੇ ਅੰਦਰੋਂ ਵਾਧੂ ਦਾ ਕਾਮ ਕ੍ਰੋਧ ਲੋਭ ਮੋਹ ਨੂੰ ਮਿਟਾ ਦਿੰਦਾ ਹੈ। ਗੁਰੂ ਜੀ ਗਿਆਨ ਦਿੰਦੇ ਹਨ ਕਿ ਭਾਈ ਲੋਭ ਬਹੁਤ ਮਾੜਾ ਹੈ। ਲੋਭੀ ਦੇ ਬਾਰੇ ਗੁਰੂ ਜੀ ਕਹਿੰਦੇ ਲੋਭੀ ਕਾ ਵਿਸਾਹ ਨਾ ਕੀਜੈ, ਜੇ ਕਾ ਪਾਰ ਵਸਾਏ ਅੰਤ ਕਾਲ ਤਿਥੈ ਧੂ ਹੈ। ਜਿੱਥੇ ਹੱਥ ਨਾ ਪਾਏ ਕਿ ਲੋਭੀ ਬੜਾ ਖਤਰਨਾਕ ਬੰਦਾ ਹੈ, ਕਿ ਲੋਭੀ ਦਾ ਸਾਥ ਕਦੀ ਵੀ ਨਹੀਂ ਕਰਨਾ ਚਾਹੀਦਾ, ਲੋਭੀ ਦਾ ਸੰਗ ਕਦੇ ਵੀ ਨਹੀਂ ਕਰਨਾ ਚਾਹੀਦਾ। ਤੇ ਕਾਮ ਤੇ ਕ੍ਰੋਧ ਦੇ ਬਾਰੇ ਤੁਸੀਂ ਹਰ ਰੋਜ਼ ਸੁਣਦੇ ਹੋ ਕਿ ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉ ਕੰਚਨ ਸੁਹਾਗਾ ਢਾਲੇ। ਇਹ ਮਾੜੀਆਂ ਪ੍ਰਵਿਰਤੀਆਂ ਹਨ ਮਨੁੱਖ ਦੇ। ਜਿੱਥੇ ਸਰੀਰਕ ਜੀਵਨ ਨੂੰ ਤਹਿਸ ਨਹਿਸ ਕਰਦੇ ਹਨ, ਉੱਥੇ ਮਨੁੱਖ ਦੇ ਆਤਮਿਕ ਜੀਵਨ ਨੂੰ ਵੀ ਤਹਿਸ ਨਹਿਸ ਕਰਦੇ ਨੇ ਕਾਮ ਅਤੇ ਕ੍ਰੋਧ। ਕ੍ਰੋਧ ਇੱਕ ਐਸੀ ਬਿਮਾਰੀ ਹੈ ਜਿਸ ਨਾਲ ਮਨੁੱਖ 2 ਸਕਿੰਟ ਦੇ ਵਿੱਚ ਕੰਬਲ ਲੱਗ ਪੈਂਦਾ ਹੈ। ਕਦੀ ਕਿਸੇ ਨਾਲ ਕ੍ਰੋਧ ਦੇ ਨਾਲ ਗੱਲ ਕਰਕੇ ਦੇਖੋ, ਤੁਹਾਡੀ ਜਿਹੜੀ ਬਾਡੀ ਹੈ ਕਿੰਨਾ ਚਿਰ ਸਟੇਬਲ ਨਹੀਂ ਹੋਏਗੀ, ਕਿੰਨਾ ਚਿਰ ਤੁਸੀਂ ਕੰਬਦੇ ਰਹੋਗੇ, ਫਿਰ ਤੁਸੀਂ ਘਬਰਾਏ ਰਹੋਗੇ, ਅਪਸੈਟ ਰਹੋਗੇ। ਇਤਨਾ ਮਾੜਾ ਹੈ ਕ੍ਰੋਧ। ਅਤੇ ਫਿਰ ਕਾਮ ਤੇ ਫਿਰ ਮੋਹ। ਮੋਹ ਦੇ ਕਾਰਨ ਤੋਤਾ ਪਿੰਜਰੇ ਦੇ ਅੰਦਰ ਸਾਰੀ ਉਮਰ ਬੰਦ ਰਹਿੰਦਾ ਹੈ, ਤੇ ਮੋਹ ਦੇ ਕਾਰਨ ਮਨੁੱਖ ਸੰਸਾਰ ਰੂਪੀ ਪਿੰਜਰੇ ਦੇ ਅੰਦਰ ਸਾਰੀ ਉਮਰ ਬੰਦ ਰਹਿੰਦਾ ਹੈ। ਇਹ ਸਾਰੀਆਂ ਹੀ ਖਤਰਨਾਕ ਅਲਾਮਤਾਂ ਹਨ, ਖਤਰਨਾਕ ਬਿਮਾਰੀਆਂ ਹਨ। ਪਰ ਗੁਰੂ ਦੇ ਉਪਦੇਸ਼ ਦੇ ਦੁਆਰਾ ਕਾਮ ਕ੍ਰੋਧ ਲੋਭ ਮੋਹ ਮਿਟਾਵੇ। ਗੁਰੂ ਜੀ ਦਾ ਉਪਦੇਸ਼ ਸਾਡੇ ਅੰਦਰ ਦੀਆਂ ਕਾਮਨਾਵਾਂ, ਸਾਡੇ ਅੰਦਰ ਦੀਆਂ ਵਾਸ਼ਨਾਵਾਂ, ਸਾਡੇ ਅੰਦਰ ਦਾ ਵਾਧੂ ਦਾ ਕ੍ਰੋਧ, ਸਾਡੇ ਅੰਦਰ ਦਾ ਵਾਧੂ ਦਾ ਲੋਭ ਮੋਹ ਨੂੰ ਮਿਟਾ ਦਿੰਦਾ, ਖਤਮ ਕਰ ਦਿੰਦਾ ਹੈ। ਛੁਟਕੈ ਦੁਰਮਤ ਆਪਣੀ ਧਾਰੀ, ਜਿਹੜੀ ਆਪਣੇ ਕਰਕੇ, ਗੁਰੂ ਕਰਕੇ ਨਹੀਂ, ਆਪਣੀਆਂ ਗਲਤੀਆਂ ਦੇ ਕਾਰਨ ਜਿਸ ਦੁਰਮਤ ਦੇ ਵਿੱਚ ਮਨੁੱਖ ਫਸਿਆ ਹੋਇਆ ਸੀ, ਮਾੜੀ ਮੱਤ ਦੇ ਵਿੱਚ ਫਸਿਆ ਹੋਇਆ ਸੀ, ਉਸ ਮਾੜੀ ਮੱਤ ਤੋਂ ਮਨੁੱਖ ਦਾ ਛੁਟਕਾਰਾ ਹੋ ਜਾਂਦਾ ਹੈ। ਕਿਸ ਦੁਆਰਾ? ਮਾੜੀ ਮੱਤ ਦਾ ਛੁਟਕਾਰਾ ਗੁਰੂ ਦੇ ਉਪਦੇਸ਼ ਦੇ ਦੁਆਰਾ।
ਗੁਰੂ ਦਾ ਉਪਦੇਸ਼ ਮਾੜੀ ਮੱਤ ਨੂੰ ਦੂਰ ਕਰ ਦਿੰਦਾ ਹੈ। ਜਦੋਂ ਮਾੜੀ ਮੱਤ ਦੂਰ ਹੋ ਜਾਂਦੀ ਹੈ ਤੇ ਮਨੁੱਖ ਦੇ ਜੀਵਨ ਦੇ ਅੰਦਰ ਸੁਖ ਆ ਜਾਂਦਾ ਹੈ, ਸ਼ਾਂਤੀ ਆ ਜਾਂਦੀ ਹੈ, ਠਹਿਰਾਵ ਆ ਜਾਂਦਾ ਹੈ। ਜਿਹੜਾ ਉਹ ਸਾਰਾ ਦਿਨ ਨੱਠਦਾ ਭੱਜਦਾ ਰਹਿੰਦਾ ਧਨ ਦੇ ਕਾਰਨ, ਉਹ ਸਾਰੀ ਦੌੜ ਭੱਜ ਖਤਮ ਹੋ ਜਾਂਦੀ, ਕਿਉਂਕਿ ਗਿਆਨ ਹੋ ਜਾਂਦਾ ਹੈ ਕਿ ਰੋਟੀ ਕੱਪੜਾ ਅਤੇ ਮਕਾਨ ਚਾਹੀਦਾ ਹੈ। ਉਹਨੂੰ ਪਤਾ ਲੱਗਦਾ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤੇ ਹੀ ਕਾਮਨਾ ਧੌਲ ਹਾਰ ਜਿਤ ਹਰ ਬਿਸਰਾਏ। ਪਾਪ ਦੀ ਕਮਾਈ ਦੇ ਨਾਲੋਂ ਸੁੱਖਾਂ ਵਾਲੀ ਝੌਂਪੜੀ ਦੇ ਵਿੱਚ ਰਹਿਣਾ ਹੀ ਚੰਗਾ ਹੈ। ਪਾਪ ਕਰਕੇ ਮਹਿਲਾਂ ਦੇ ਵਿੱਚ ਰਹਿਣ ਦਾ ਕੋਈ ਲਾਭ ਨਹੀਂ। ਇਹ ਉਸਨੂੰ ਗਿਆਨ ਹੋ ਜਾਂਦਾ ਹੈ ਔਰ ਗਿਆਨ ਹੀ ਮਨੁੱਖ ਨੂੰ ਸੁਖ ਦਿੰਦਾ ਹੈ। ਤੁਸੀਂ ਜਾਣਦੇ ਹੋ ਤੁਹਾਡੇ ਅੰਦਰ ਜਿਹੜਾ ਸੰਸਾਰਕ ਗਿਆਨ ਹੈ ਉਹੀ ਤੁਹਾਨੂੰ ਸੁਖ ਦੇ ਰਿਹਾ ਹੈ। ਤੁਸੀਂ ਗੱਡੀ ਚਲਾ ਕੇ ਆਫਿਸ ਚਲੇ ਜਾਂਦੇ ਹੋ, ਇਹ ਇੱਕ ਗਿਆਨ ਹੈ। ਉੱਥੇ ਬੈਠ ਕੇ ਕੰਪਿਊਟਰ ਤੇ ਕੋਈ ਕੰਮ ਕਰਦੇ ਹੋ ਕਿ ਗਿਆਨ ਹੈ। ਉਸ ਗਿਆਨ ਦਾ ਤੁਹਾਨੂੰ ਸੁਖ ਮਿਲ ਰਿਹਾ ਹੈ। ਆਤਮਿਕ ਜੀਵਨ ਦੇ ਅੰਦਰ ਆਤਮਿਕ ਚਿੰਤਨ ਦੇ ਦੁਆਰਾ ਜਿਹੜਾ ਗਿਆਨ ਸਾਨੂੰ ਮਿਲਦਾ ਹੈ, ਉਹ ਗਿਆਨ ਸਾਡੇ ਅਧਿਆਤਮਿਕ ਜੀਵਨ ਨੂੰ ਸੁਖੈਨ ਚਲਾਉਣ ਵਾਸਤੇ ਸਹਾਇਕ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਗੁਰੂ ਦਾ ਉਪਦੇਸ਼ ਕਾਮ, ਕ੍ਰੋਧ, ਲੋਭ, ਮੋਹ ਦੀ ਜਿਹੜੀ ਵਾਧੂ ਦੀ ਮਾਤਰਾ ਉਸ ਨੂੰ ਖਤਮ ਕਰ ਦੇ। ਵਾਧੂ ਦੀ ਮਾਤਰਾ ਮੈਂ ਤਾਂ ਬਾਰ-ਬਾਰ ਕਹਿ ਰਿਹਾ ਹਾਂ ਕਿ ਨਿਸ਼ਚਿਤ ਮਾਤਰਾ ਦੇ ਵਿੱਚ ਇਹ ਚੀਜ਼ਾਂ ਸਾਨੂੰ ਚਾਹੀਦੀਆਂ ਹਨ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਿਨਾਂ ਜੀਵਨ ਨਹੀਂ ਚੱਲ ਸਕਦਾ, ਪਰੰਤੂ ਇੱਕ ਨਿਸ਼ਚਿਤ ਮਾਤਰਾ ਦੇ ਅੰਦਰ ਇਹ ਵਸਤੂਆਂ ਸਾਡੇ ਸਰੀਰ ਵਿੱਚ ਚਾਹੀਦੀਆਂ ਹਨ। ਜਦੋਂ ਨਿਸ਼ਚਿਤ ਮਾਤਰਾ ਤੋਂ ਉੱਪਰ ਹੋ ਜਾਂਦੀਆਂ ਹਨ ਉਦੋਂ ਮਨੁੱਖ ਮਾਨੋ ਬਿਮਾਰ ਹੋ ਜਾਂਦਾ ਹੈ। ਤੇ ਗੁਰੂ ਜੀ ਜਿਹੜਾ ਵਾਧੂ ਦੀ ਜਿਹੜੇ ਅਲਾਮਤਾਂ ਹਨ ਉਹਨਾਂ ਨੂੰ ਦੂਰ ਕਰ ਦਿੰਦੇ ਹਨ ਤੇ ਦੁਰਮਤ ਆਪਣੀ ਧਾਰੀ, ਜਿਹੜੀ ਮਾੜੀ ਮੱਤ ਧਾਰਨ ਕੀਤੀ ਹੈ ਉਹ ਮਾੜੀ ਮੱਤ ਸ਼ੁਭ ਮੱਤ ਵਿੱਚ ਬਦਲ ਜਾਂਦੀ ਹੈ। ਹਾਂਜੀ, ਹੋਏ ਨਿਮਾਣੀ ਸੇਵ ਕਮਾਵੇ, ਤਾ ਪ੍ਰੀਤਮ ਹੋਵੇ ਮਨ ਪਿਆਰੀ। ਜੀਵਨ ਵਿੱਚ ਸਫਲਤਾ ਦਾ ਇੱਕ ਨੁਕਸਾ ਹੈ, ਮੈਥਡ ਹੈ। ਅਗਰ ਜੀਵ ਨਿਮਾਣਾ ਹੋ ਜਾਵੇ, ਨਿਮਾਣੇ ਤੋਂ ਭਾਵ ਆਪਣੇ ਮਾਣ ਦਾ ਤਿਆਗ ਕਰ ਦੇਵੇ। ਸਾਡੇ ਘਰਾਂ ਦੇ ਵਿੱਚ ਜਿਹੜਾ ਮਾਣ ਹੈ ਉਹੀ ਸਾਡੇ ਘਰਾਂ ਵਿੱਚ ਕਲੇਸ਼ ਦਾ ਕਾਰਨ ਹੈ। ਇਸਤਰੀ ਮਾਣ ਕਰਦੀ ਹੈ ਕਿ ਮੈਂ ਘਰ ਦਾ ਚੁੱਲ੍ਹਾ ਚੌਂਕਾ ਸਾਂਭਦੀ ਹਾਂ, ਬੱਚੇ ਪਾਲਦੀ ਹਾਂ, ਕੱਪੜੇ ਧੋਂਦੀ ਹਾਂ, ਸਾਰੀਆਂ ਘਰ ਦੀਆਂ ਬੁੱਤੀਆਂ ਕਰਦੀ ਹਾਂ। ਉਹ ਕਿਸੇ ਵੇਲੇ ਘਰ ਆਏ ਬੰਦੇ ਦੇ ਗਲ ਪੈ ਜਾਂਦੀ ਹੈ। ਬੰਦਾ ਵਿਚਾਰਾ ਆ ਕੇ ਪਾਣੀ ਮੰਗਦਾ ਹੈ, ਇਸਤਰੀ ਬੱਚਿਆਂ ਦੀ ਸਤਾਈ ਹੋਈ ਉਹਦੇ ਗਲ ਪੈ ਜਾਂਦੀ, ਮੈਂ ਕਿਹੜਾ ਕੰਮ ਕਰਾਂ, ਛੱਤੀ ਮੇਰੀ ਜਾਨ ਨੂੰ ਰੋਗ ਲੱਗੇ ਹੋਏ ਹਨ, ਕਿਤੇ ਬੱਚੇ ਸਾਂਭਦੀ, ਕਿਤੇ ਕੁਝ ਕਰਦੀ ਹਾਂ। ਉਹ ਆਪਾ ਜਤਾਉਂਦੀ ਹੈ। ਕੱਲੀ ਇਸਤਰੀ ਹੀ ਨਹੀਂ, ਕਿਸੇ ਵੇਲੇ ਆਦਮੀ ਵੀ ਜਤਾਉਂਦਾ ਹੈ ਕਿ ਸਾਰੇ ਜੰਜਾਲ ਮੇਰੇ ਹੀ ਸਿਰ ਤੇ ਪਏ ਹੋਏ ਹਨ, ਮੈਂ ਹੀ ਕਮਾ ਕੇ ਲਿਆਵਾਂ, ਮੈਂ ਹੀ ਬੱਚਿਆਂ ਨੂੰ ਸਕੂਲ ਛੱਡਣ ਜਾਵਾਂ, ਮੈਂ ਹੀ ਸ਼ਾਪਿੰਗ ਕਰਕੇ ਲਿਆਵਾਂ। ਇਹ ਜੀਵਨ ਦੇ ਅੰਦਰ ਇੱਕ ਈਗੋ ਪੈਦਾ ਹੋ ਜਾਂਦੀ ਹੈ, ਕਿਉਂਕਿ ਸਾਡੇ ਘਰਾਂ ਦੇ ਵਿੱਚੋਂ ਹੀ ਧਰਮ ਪੈਦਾ ਹੁੰਦਾ ਹੈ। ਧਰਮ ਦਾ ਰਿਫਲੈਕਸ਼ਨ ਸਮਾਜ ਦੇ ਵਿੱਚੋਂ ਹੀ ਪੈਦਾ ਹੈ, ਕਿਉਂਕਿ ਧਰਮ ਦਾ ਸੰਬੰਧ ਲੋਕਾਂ ਦੇ ਨਾਲ ਹੀ ਤੇ ਹੈ। ਧਰਮ ਕੋਈ ਅਰਸ਼ ਤੇ ਰਹਿਣ ਵਾਲੇ ਦੇਵਤਿਆਂ ਦੇ ਵਾਸਤੇ ਨਹੀਂ, ਧਰਮ ਸਮਾਜ ਦੇ ਵਾਸਤੇ ਹੈ। ਧਰਮ ਨੇ ਸਮਾਜ ਦੇ ਚਿੱਤਰ ਨੂੰ ਹੀ ਬਦਲਣਾ ਹੈ। ਇਸ ਲਈ ਧਰਮ ਨੂੰ ਆਪਣੇ ਘਰਾਂ ਦੇ ਵਿੱਚੋਂ ਹੀ ਸਮਝਣਾ ਪਵੇਗਾ। ਇਹ ਹਾਲਤ ਕਿਸੇ ਵੇਲੇ ਦੋਨਾਂ ਮੀਆਂ ਬੀਬੀ ਦੀ ਹੁੰਦੀ ਹੈ, ਆਪਣੇ ਕੰਮ ਤੇ ਮਾਣ ਕਰਦੇ ਹਨ ਔਰ ਇਹ ਸਭ ਤੋਂ ਵੱਡੇ ਕਲੇਸ਼ ਦਾ ਕਾਰਨ ਹੈ। ਸਾਡੇ ਘਰਾਂ ਦੇ ਵਿੱਚ ਅਗਰ ਨਫ਼ਰਤ ਹੈ, ਕਲੇਸ਼ ਹੈ, ਉਹਦਾ ਕਾਰਨ ਹੈ ਸਾਡੀ ਈਗੋ, ਸਾਡਾ ਮਾਣ। ਪਰ ਗੁਰੂ ਜੀ ਕਹਿੰਦੇ ਅਗਰ ਉਸ ਮਾਣ ਦਾ ਤਿਆਗ ਕਰ ਦਿੱਤਾ ਜਾਵੇ, ਹੋਏ ਨਿਮਾਣੀ ਸੇਵ ਕਮਾਵੇਂ। ਇਹ ਜੀਵ ਰੂਪ ਇਸਤਰੀ ਹੈ। ਜੇ ਤੂੰ ਆਪਣੇ ਮਾਣ ਦਾ ਤਿਆਗ ਕਰ ਦੇਵੇਂ, ਮਾਣ ਹੁੰਦੇ ਹੋਏ ਨਿਮਾਣਾ, ਤਾਨ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਵੀ ਨਿਮਾਣਾ ਬਣ ਜਾਣਾ, ਕੁਸ਼ਲਤਾ ਤੇ ਬੜੀ ਹੈ। ਕੁਸ਼ਲਤਾ
ਤੇ ਬੜੀ ਹੈ, ਸਹਿਨਸ਼ੀਲਤਾ ਤੇ ਬੜੀ ਹੈ। ਇਸਤਰੀ ਸਵੇਰ ਤੋਂ ਲੈ ਕੇ ਰਾਤ 11 ਵਜੇ ਤੱਕ ਘਰ ਦਾ ਕੰਮ ਕਰਦੀ ਔਰ ਹਰ ਕੰਮ ਨੂੰ ਬੜੀ ਹੀ ਸક્ષਮਤਾ ਦੇ ਨਾਲ ਕਰਦੀ ਹੈ, ਬੜੀ ਹੀ ਐਫੀਸ਼ੀਐਂਸੀ ਦੇ ਨਾਲ ਕਰਦੀ ਹੈ, ਪਰੰਤੂ ਕਦੇ ਜਤਾਂਦੀ ਨਹੀਂ। ਘਰ ਆਏ ਆਦਮੀ ਨੂੰ ਵੀ ਪਿਆਰ ਦੇ ਨਾਲ ਬੋਲਦੀ ਹੈ, ਉਸਨੂੰ ਪਾਣੀ ਦਿੰਦੀ ਹੈ, ਉਹਦੀ ਸੇਵਾ ਕਰਦੀ ਹੈ, ਉਹਦੇ ਹੋਰ ਕੱਪੜੇ ਕਰਦੀ ਹੈ। ਇਹ ਹੈ ਨਿਮਾਣੀ ਵਾਲੀ ਅਵਸਥਾ। ਆਦਮੀ ਮਿਹਨਤ ਤੇ ਬੜੀ ਕਰਦਾ ਹੈ, ਦਿਨ ਰਾਤ ਮਿਹਨਤ ਕਰਦਾ ਹੈ, ਪਰੰਤੂ ਆਪਣੀ ਮਿਹਨਤ ਨੂੰ ਕਦੇ ਜਤਾਂਦਾ ਨਹੀਂ। ਆ ਕੇ ਬਾਹਰੋਂ ਥੱਕਿਆ ਆਉਂਦਾ, ਪਰ ਆ ਕੇ ਆਪਣੀ ਇਸਤਰੀ ਦੇ ਨਾਲ ਪਿਆਰ ਦੇ ਬੋਲ ਬੋਲਦਾ ਹੈ, ਉਹਨੂੰ ਖਿੱਚ ਕੇ ਨਹੀਂ ਪੈਂਦਾ, ਉਹਦੇ ਵੱਲ ਦੌੜ ਕੇ ਨਹੀਂ ਭੱਜਦਾ। ਇਹ ਨਿਮਾਣਾਪਣ ਹੈ। ਔਰ ਜਿਹੜਾ ਇਹ ਨਿਮਾਣਾਪਣ ਹੈ, ਅਗਰ ਇਹ ਨਿਮਾਣਾਪਣ ਸਾਡੇ ਕਿਸੇ ਘਰ ਦੇ ਵਿੱਚ ਹੈ ਤੇ ਉਹ ਘਰ ਮਾਨੋ ਕਿ ਸਵਰਗ ਹੈ। ਸਵਰਗ ਨਾ ਆਕਾਸ਼ ਤੇ ਹੈ, ਨਾ ਪਤਾਲ ਤੇ ਹੈ, ਸਵਰਗ ਤੁਹਾਡੇ ਘਰ ਦੇ ਵਿੱਚ ਹੈ ਜਾਂ ਨਰਕ ਤੁਹਾਡੇ ਘਰ ਦੇ ਵਿੱਚ ਹੈ। ਸਿਆਣੇ ਆਖਦੇ ਜਿੱਥੇ ਇਸਤਰੀ ਪੁਰਖ ਦਾ ਕੋਈ ਜੋੜ ਨਹੀਂ, ਉੱਥੇ ਹੋਰ ਕਿਸੇ ਨਰਕ ਦੀ ਲੋੜ ਨਹੀਂ। ਜਿੱਥੇ ਇਸਤਰੀ ਅਤੇ ਪੁਰਖ ਦਾ ਕੋਈ ਜੋੜ ਨਹੀਂ, ਉੱਥੇ ਨਰਕ ਦੀ ਕੋਈ ਲੋੜ ਨਹੀਂ, ਉੱਥੇ ਆਲਰੇਡੀ ਨਰਕ ਹੈ। ਪਰ ਜਿੱਥੇ ਇਸਤਰੀ ਅਤੇ ਪੁਰਸ਼ ਦਾ ਆਪਸ ਵਿੱਚ ਪਿਆਰ ਹੈ, ਉਹ ਘਰ ਸਵਰਗ ਹੈ। ਤੇ ਉਹ ਸਵਰਗ ਕਿਉਂ ਹੈ? ਨਿਮਾਣੇਪਨ ਦੇ ਕਾਰਨ। ਇਸਤਰੀ ਆਪਣੇ ਪਤੀ ਨੂੰ ਚੰਗੀ ਲੱਗਦੀ ਹੈ ਤੇ ਪਤੀ ਆਪਣੀ ਇਸਤਰੀ ਨੂੰ ਚੰਗਾ ਲੱਗਦਾ ਹੈ, ਕਾਰਨ ਹੈ ਨਿਮਾਣਾਪਣ। ਸਤਿਗੁਰ ਕਹਿੰਦੇ ਹਨ ਕਿ ਹੋਏ ਨਿਮਾਣੀ ਸੇਵ ਕਮਾਵੇਂ। ਇਹ ਜੀਵ ਰੂਪ ਇਸਤਰੀਏ, ਇਹ ਸੁੰਦਰ ਇਸਤਰੀਏ, ਜੇ ਤੂੰ ਆਪਣੇ ਹੰਕਾਰ ਨੂੰ ਛੱਡ ਕੇ, ਆਪਣੇ ਮਾਨ ਨੂੰ ਛੱਡ ਕੇ ਸੇਵ ਕਮਾਵੇਂ, ਜੇ ਗੁਰੂ ਕੇ ਦੁਆਰੇ ਆਵੇਂ ਤੂੰ ਸੇਵਾ ਕਰੇ ਤੇ ਮਾਣ ਨਾ ਕਰੇ। ਕਈ ਇੱਥੇ ਐਸੇ ਹਨ ਕਹਿਣਗੇ ਗਿਆਨੀ ਜੀ 15 ਸਾਲ ਹੋ ਗਏ ਗੁਰਦੁਆਰੇ ਦੀ ਪ੍ਰਧਾਨੀ ਕਰਨੇ ਪਏ ਹਾਂ, ਅਸੀਂ ਬੜਾ ਜ਼ੋਰ ਲਾ ਕੇ ਗੁਰਦੁਆਰਾ ਬਣਾਇਆ, ਗੁਰਾਈਆਂ ਇਕੱਠੀਆਂ ਕੀਤੀਆਂ। ਇਹੋ ਜਿਹੇ ਕਿਰਦਾਰ ਬੜੇ ਮਿਲ ਜਾਂਦੇ ਹਨ। ਉਹਨਾਂ ਵਿੱਚ ਕੀ ਹੈ? ਈਗੋ ਹੈ, ਮਾਨ ਹੈ, ਪਰ ਉਹ ਜੀਵਨ ਦੇ ਅੰਦਰ ਖਤਰਨਾਕ ਹੈ। ਗੁਰੂ ਘਰ ਆ ਕੇ ਸੇਵਾ ਕਰੋ ਨਿਮਾਣੇ ਬਣ ਕੇ, ਪਤਾ ਨਾ ਲੱਗੇ ਕਿ ਤੁਸੀਂ ਸੇਵਾ ਕਰ ਗਏ ਹੋ। ਜਿਸ ਤਰ੍ਹਾਂ ਨੱਕੇ ਵਿੱਚ ਸੂਈ ਦੇ ਨੱਕੇ ਵਿੱਚ ਧਾਗਾ ਨਹੀਂ ਰੜਕਦਾ, ਇਸ ਤਰ੍ਹਾਂ ਦੀ ਸੇਵਾ, ਇਸ ਤਰ੍ਹਾਂ ਦਾ ਨਿਮਾਣਾਪਣ। ਤੁਸੀਂ ਗੁਰਦੁਆਰੇ ਆ ਕੇ ਸੇਵਾ ਕਰਦੇ ਹੋ, ਕਿਸੇ ਨੂੰ ਤੁਹਾਡੀ ਸੇਵਾ ਤੋਂ ਦੁੱਖ ਨਾ ਪਹੁੰਚੇ। ਤੁਸੀਂ ਸੇਵਾ ਕਰਦੇ ਹੋਏ ਆਪਣੇ ਆਪ ਨੂੰ ਜਥੇਦਾਰ ਕਹਿਲਵਾਨ ਦੀ ਕੋਸ਼ਿਸ਼ ਨਾ ਕਰੋ। ਸੇਵਾਦਾਰ ਸੇਵਾ ਕਰਦੇ ਹੋਏ ਇਹ ਨਾ ਸੋਚੋ ਕਿ ਕਿਸੇ ਨੂੰ ਪਤਾ ਲੱਗੇ ਕਿ ਮੈਂ ਭਾਂਡੇ ਮਾਂਜਣਾ ਪਿਆ। ਨਹੀਂ, ਚੁੱਪ ਕਰਕੇ ਸੇਵਾ ਕਰ ਜਾਓ, ਮਾਨੋ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿਸੇ ਨੂੰ। ਇਹ ਹੈ ਨਿਮਾਣੀ ਸੇਵਾ। ਹੋਏ ਨਿਮਾਣੀ ਸੇਵ ਕਮਾਵੇਂ। ਜੇ ਤੂੰ ਨਿਮਾਣੀ ਹੋ ਕੇ ਸੇਵਾ ਕਰ ਲਵੇਂ ਕਿਤੇ ਵੀ, ਭਾਵੇਂ ਘਰ ਵਿੱਚ, ਭਾਵੇਂ ਗੁਰਦੁਆਰੇ ਦੇ ਵਿੱਚ, ਭਾਵੇਂ ਸਮਾਜ ਦੇ ਵਿੱਚ, ਕਿਉਂਕਿ ਸੇਵਾ ਦਾ ਜਿਹੜਾ ਫੀਲਡ ਹੈ ਨਾ, ਉਹ ਗੁਰਦੁਆਰੇ ਦੀ ਚਾਰ ਦੀਵਾਰੀ ਦੇ ਵਿੱਚ ਮਹਿਦੂਦ ਨਹੀਂ ਹੈ। ਗੁਰੂ ਸਾਹਿਬ ਨੇ ਇਸ ਫੀਲਡ ਨੂੰ ਬਾਹਰ ਵੀ ਪਹੁੰਚਾਇਆ। ਗੁਰਸਿੱਖ ਬਾਹਰ ਜਾ ਕੇ ਮੈਡੀਕਲ ਕੈਂਪ ਲਗਾਉਂਦੇ ਹਨ। ਗੁਰਸਿੱਖ ਬਾਹਰ ਜਾ ਕੇ ਬੱਚਿਆਂ ਨੂੰ ਗੱਤਕਾ ਸਿਖਾਉਂਦੇ ਹਨ। ਗੁਰਸਿੱਖ ਬਾਹਰ ਜਾ ਕੇ ਬੱਚਿਆਂ ਨੂੰ ਕੁਸ਼ਤੀ ਸਿਖਾਉਂਦੇ ਹਨ। ਗੁਰਸਿੱਖ ਬਾਹਰ ਜਾ ਕੇ ਗਰੀਬਾਂ ਦੇ ਵਾਸਤੇ ਫੰਡ ਇਕੱਤਰ ਕਰਦੇ ਹਨ। ਇਹ ਸਾਰਾ ਸੇਵਾ ਦਾ ਹੀ ਸਰੂਪ ਹੈ। ਔਰ ਕੇਵਲ ਸਿੱਖਾਂ ਦੇ ਵਾਸਤੇ ਨਹੀਂ, ਸਮਸਤ ਸੰਸਾਰ ਦੇ ਵਾਸਤੇ। ਗੁਰੂ ਜੀ ਨੇ ਸਿੱਖਾਂ ਦਾ ਜੋ ਸੇਵਾ ਦਾ ਖੇਤਰ ਹੈ ਉਹ ਬੜਾ ਹੀ ਵਿਸ਼ਾਲ ਰੱਖਿਆ, ਸਾਰੇ ਸੰਸਾਰ ਦੇ ਵਾਸਤੇ ਹੈ। ਹੋਏ ਨਿਮਾਣੀ ਸੇਵ ਕਮਾਵੇਂ। ਫਿਰ ਕੰਡੀਸ਼ਨ ਤਾਂ ਪ੍ਰੀਤਮ ਹੋਵੇਂ ਮਨ ਪਿਆਰੀ। ਤਾਂ ਤੂੰ ਪਿਆਰੀਏ ਆਪਣੇ ਪ੍ਰੀਤਮ ਦੇ ਮਨ ਨੂੰ ਪਿਆਰੀ ਲੱਗ ਸਕਦੀ ਹੈ, ਗੱਲੀ ਬਾਤੀ ਪਿਆਰੀ ਨਹੀਂ ਲੱਗ ਸਕਦੀ। ਥੋੜਾ ਜਿਹਾ ਦਾਨ ਪੁੰਨ ਕਰਨ ਦੇ ਨਾਲ ਪਿਆਰੀ ਨਹੀਂ ਲੱਗ ਸਕਦੀ। ਜੇ ਤੂੰ ਨਿਮਾਣੀ ਹੋ ਕੇ ਸੇਵਾ ਕਰੇ ਤਾਂ ਪਿਆਰੀ ਲੱਗਣੀ ਹੈ ਆਪਣੇ ਪ੍ਰੀਤਮ ਨੂੰ। ਮਾਤਾ ਖੀਵੀ ਜੀ ਨਿਮਾਣੇ ਹੋ ਕੇ ਗੁਰੂ ਦੇ ਮਹਿਲ ਸਨ, ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਿਆ ਕਰਦੇ ਸਨ। ਉਹ ਪਿਆਰੇ ਲੱਗਦੇ ਹਨ ਮਾਤਾ ਖੀਵੀ ਜੀ ਸਿੱਖਾਂ ਨੂੰ। ਮਾਤਾ ਸੁਲੱਖਣੀ ਜੀ ਆਪ ਗੁਰੂ ਕੇ ਲੰਗਰਾਂ ਵਿੱਚ
ਗੁਰੂ ਮਹਿਲ ਹੁੰਦੇ ਹੋਏ ਸੇਵਾ ਕਰਿਆ ਕਰਦੇ ਸਨ, ਉਹ ਪਿਆਰੇ ਲੱਗਦੇ ਹਨ ਗੁਰੂ ਦੇ ਸਿੱਖਾਂ ਨੂੰ। ਸੇਵਾ ਤੇ ਆਪਣੇ ਵੱਲੋਂ ਔਰੰਗਜ਼ੇਬ ਨੇ ਵੀ ਕੀਤੀ, ਸੇਵਾ ਤੇ ਔਰੰਗਜ਼ੇਬ ਨੇ ਆਪਣੇ ਵੱਲੋਂ ਵੀ ਕੀਤੀ। ਔਰੰਗਜ਼ੇਬ ਦਾ ਇੱਕ ਨਿਸ਼ਾਨਾ ਵੈਸੇ ਬੜਾ ਵਧੀਆ ਸੀ ਕਿ ਵਿਚਾਰਵਾਨਾਂ ਨੇ ਉਸ ਨੂੰ ਵਿਚਾਰਿਆ ਹੈ। ਕਹਿੰਦਾ ਉਹ ਸੰਸਾਰ ਨੂੰ ਇੱਕ ਧਰਮ ਦੇ ਅੰਦਰ ਹੀ ਦੇਖਣਾ ਚਾਹੁੰਦਾ ਸੀ, ਪਰੰਤੂ ਉਹਦਾ ਤਰੀਕਾ ਗਲਤ ਸੀ। ਸੇਵਾ ਤੇ ਔਰੰਗਜ਼ੇਬ ਨੇ ਕੀਤੀ, ਪਰ ਕੌਣ ਉਹਦੀ ਸੇਵਾ ਨੂੰ ਪ੍ਰਵਾਨ ਕਰਦਾ ਹੈ? ਉਹ ਅੱਲਾਹ ਤਾਲਾ ਨੂੰ ਪਿਆਰਾ ਨਹੀਂ, ਉਹ ਅੱਲਾਹ ਤਾਲਾ ਨੂੰ ਪਿਆਰ ਨਹੀਂ ਕਰਦੇ। ਪਿਆਰ ਉਹਨਾਂ ਨੂੰ ਕਰਦੇ ਹਨ ਜਿਹੜੇ ਨਿਮਾਣੇ ਹੋ ਕੇ ਸੇਵਾ ਕਰਦੇ ਹਨ। ਸੋਹਣ ਸੁੰਦਰ ਸਾਧੂ ਬਚਨ ਉਧਾਰੀ। ਸਤਿਗੁਰੂ ਨੇ ਵਿਸ਼ੇਸ਼ਣ ਬਦਲ ਦਿੱਤਾ ਇਸ ਸ਼ਬਦ ਦੇ ਅੰਦਰ। ਸੁਣੋ ਸੁੰਦਰ, ਇਹ ਸੁੰਦਰ ਜੀਵ ਰੂਪ ਇਸਤਰੀ ਏ। ਕਿਹੜੀ ਸੁੰਦਰ? ਸਰੀਰ ਤੋਂ ਸੁੰਦਰ ਨਹੀਂ, ਜੋ ਆਚਾਰ ਵਿਹਾਰ ਤੋਂ ਸੁੰਦਰ ਹੈ, ਜੋ ਗੁਣਾ ਕਰਕੇ ਸੁੰਦਰ ਹੈ। ਜਿਹੜੀ ਇਸਤਰੀ ਦੀ ਮੰਗ ਬਾਬਾ ਧੰਨਾ ਜੀ ਨੇ ਕੀਤੀ ਹੈ, ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਉਹ ਘਰ ਕੀ ਗੀਹਨ ਚੰਗੀ ਜਿਹੜੀ ਤੋਂ ਭਾਵ ਹੈ ਉਹ ਸੋਹਣੀ ਸੁੰਦਰ ਤੋਂ ਨਹੀਂ ਹੈ। ਸੋਹਣੀ ਸੁੰਦਰ ਇਸਤਰੀ ਵੀ ਹੋਵੇ, ਖੈਰ ਕੋਈ ਗੱਲ ਨਹੀਂ, ਪਰੰਤੂ ਉਹਦੇ ਅੰਦਰ ਚੰਗਾ ਆਚਾਰ ਹੋਵੇ, ਚੰਗਾ ਵਿਚਾਰ ਹੋਵੇ, ਗੁਣਵੰਤੀ ਹੋਵੇ, ਉਹਦੇ ਅੰਦਰ ਗੁਣ ਹੋਣ, ਉਸ ਨੂੰ ਕਿਹਾ ਹੈ ਇਹ ਸੁੰਦਰ ਜੀਵ ਰੂਪ ਇਸਤਰੀ ਏ। ਗੁਰੂ ਸਾਧੂ ਦੇ ਬਚਨ ਸੁਣ। ਗੁਰੂ ਸਾਧੂ ਦੇ ਜਿਹੜੇ ਬਚਨ ਹਨ ਉਹ ਤੇਰੇ ਜੀਵਨ ਦੇ ਅੰਦਰ ਤੈਨੂੰ ਮੁਕਤ ਕਰ ਦੇਣਗੇ, ਤੇਰਾ ਇਸ ਸੰਸਾਰ ਤੋਂ ਉਧਾਰ ਹੋ ਜਾਵੇਗਾ। ਸੁਣ ਸੁੰਦਰ ਸਾਧੂ ਬਚਨ ਉਧਾਰੀ। ਇਹ ਜੀਵ ਰੂਪ ਇਸਤਰੀ ਏ, ਗੁਰੂ ਸਾਧੂ ਦੇ ਬਚਨਾਂ ਨਾਲ ਤੇਰਾ ਉਧਾਰ ਹੋ ਜਾਵੇਗਾ। ਸੱਚ ਹੈ। ਗੁਰਬਾਣੀ ਗਾਵੋ, ਗੁਰਬਾਣੀ ਪੜੋ, ਤੁਹਾਡਾ ਜੀਵਨ ਸਫਲ ਹੈ। ਜਿਸ ਮਨੁੱਖ ਨੇ ਧੰਨ ਗੁਰੂ ਦੀ ਬਾਣੀ ਪੜ੍ਹੀ ਹੈ, ਉਸ ਮਨੁੱਖ ਨੂੰ ਜੀਵਨ ਦੇ ਅੰਦਰ ਜੰਜਾਲ ਕਦੀ ਨਹੀਂ ਪੈਂਦਾ। ਗੁਰੂ ਹਰ ਵੇਲੇ ਉਹਦੇ ਨਾਲ ਖੜਾ ਹੈ, ਜੀਵਨ ਦੀ ਹਰ ਸਮੱਸਿਆ ਗੁਰੂ ਹੱਲ ਕਰਦਾ ਹੈ। ਗੁਰੂ ਦੇ ਬਚਨ, ਤਾਂ ਹੀ ਤੇ ਗੁਰੂ ਜੀ ਨੇ ਕਹਿ ਦਿੱਤਾ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਲੇ ਗੁਰ ਕੀ ਬਚਨੀ ਹਟ ਬਿਕਾਨਾ, ਕਿ ਮੈਂ ਤੇ ਗੁਰੂ ਦੇ ਬਚਨਾਂ ਤੇ ਹੱਟੀ ਤੇ ਵਿਕਣ ਵਾਸਤੇ ਵੀ ਤਿਆਰ ਹਾਂ। ਗੁਰ ਕੀ ਬਚਨੀ ਹਟ ਬਿਕਾਨਾ, ਮੈਂ ਤਾਂ ਗੁਰੂ ਦੇ ਬਚਨਾਂ ਤੇ ਵਿਕਿਆ ਹੋਇਆ ਹਾਂ। ਗੁਰੂ ਦੇ ਬਚਨਾਂ ਤੋਂ ਟਸ ਮਸ ਨਹੀਂ ਹੁੰਦੇ ਤੇ ਉਹਨਾਂ ਦਾ ਉਧਾਰ ਹੋ ਜਾਂਦਾ ਹੈ। ਹਾਂਜੀ ਚਲੋ ਜੀ। ਦੁਖ ਭੂਖ ਮਿਟੇ ਤੇਰੋ ਸਹਸਾ, ਸੁਖ ਪਾਵੇ ਤੂੰ ਸੁਖ ਮਨ ਨਾਈ ਰਹਾਉ। ਇਹ ਰਹਾਉ ਦਾ ਪਦਾ ਹੈ। ਸਤਿਗੁਰੂ ਜੀ ਕਹਿੰਦੇ ਹਨ, ਜੇ ਤੂੰ ਗੁਰੂ ਦੇ ਬਚਨਾਂ ਤੇ ਚੱਲਦਾ ਹੋਵੇਂ, ਗੁਰੂ ਦੇ ਬਚਨ ਦੇ ਵਿੱਚ ਪਹਿਲੀ ਗੱਲ ਇਤਨੀ ਤਾਕਤ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸ਼ਕਰ ਨਹੀਂ ਲੇਵੈ, ਪਹਾ ਨਾ ਸਾਕੇ ਜਾਲੇ। ਗੁਰੂ ਦੇ ਬਚਨ ਦੇ ਅੰਦਰ ਇਤਨੀ ਤਾਕਤ ਹੈ, ਗੁਰੂ ਦੇ ਬਚਨ ਨੂੰ ਅੱਗ ਸੜ ਨਹੀਂ ਸਕਦੀ, ਪਾਣੀ ਡਬੋ ਨਹੀਂ ਸਕਦਾ, ਤੇ ਤਸ਼ਕਰ ਤੋਂ ਭਾਵ ਵਿਕਾਰਾਂ ਤੋਂ, ਬੁਰਾਈਆਂ ਤੋਂ ਹੈ। ਗੁਰੂ ਦੇ ਬਚਨ ਨੂੰ ਬੁਰਾਈਆਂ ਖੋ ਨਹੀਂ ਸਕਦੀਆਂ। ਜਿਤਨੀਆਂ ਮਰਜ਼ੀ ਬੁਰਾਈਆਂ ਇਕੱਠੀਆਂ ਹੋ ਕੇ ਆ ਜਾਣ, ਗੁਰੂ ਦਾ ਬਚਨ ਗੁਰੂ ਦੇ ਅੰਦਰ ਹੀ ਟਿਕਿਆ ਰਹਿੰਦਾ। ਸੰਸਾਰ ਦੀ ਕੋਈ ਵੀ ਬੁਰਾਈ, ਕੋਈ ਵੀ ਤਾਕਤ ਗੁਰੂ ਦੇ ਬਚਨ ਨੂੰ ਹਿਲਾ ਨਹੀਂ ਸਕਦੀ। ਗੁਰੂ ਦਾ ਬਚਨ ਟਸ ਤੋਂ ਮਸ ਨਹੀਂ ਹੁੰਦਾ। ਤੇ ਜਿਨ੍ਹਾਂ ਦੇ ਕੋਲ ਗੁਰੂ ਦਾ ਬਚਨ ਹੈ, ਸਾਧ ਸੰਗਤ ਦੁੱਖ ਬੜਾ ਮਾੜਾ ਜੀ। ਗਰੀਬੀ ਦਾ ਦੁੱਖ, ਪੁੱਤਰ ਦੇ ਜਾਣ ਦਾ ਦੁੱਖ, ਇਸਤਰੀ ਦਾ ਵਿਛੋੜਾ, ਭਰਾ ਦਾ ਵਿਛੋੜਾ, ਧਨ ਦੌਲਤ ਦਾ ਦੁੱਖ, ਇਹ ਦੁੱਖ ਬੜੇ ਮਾੜੇ ਹਨ। ਭੁੱਖ ਬੜੀ ਮਾੜੀ ਹੈ। ਭੁੱਖ ਦੇ ਕਾਰਨ ਮਨੁੱਖ ਆਪਾ ਵੇਚਣ ਤੇ ਮਜਬੂਰ ਹੋ ਜਾਂਦਾ ਹੈ। ਭੁੱਖ ਦੇ ਕਾਰਨ ਇਸਤਰੀ ਆਪਣਾ ਸਰੀਰ ਵੇਚਣ ਤੇ ਮਜਬੂਰ ਹੋ ਜਾਂਦੀ ਹੈ। ਭੁੱਖ ਦੇ ਕਾਰਨ ਸਮਾਜ ਦੀਆਂ ਕਦਰਾਂ ਕੀਮਤਾਂ ਥੱਲੇ ਪਾਤਾਲ ਦੇ ਅੰਦਰ ਡੂੰਘੀਆਂ ਦਬ ਜਾਂਦੀਆਂ ਹਨ। ਭੁੱਖ ਦੇ ਕਾਰਨ ਇਨਸਾਨ ਉਹ ਹਰ ਕੁਕਰਮ ਕਰਨ ਨੂੰ ਤਿਆਰ ਹੋ ਜਾਂਦਾ ਹੈ।
ਜਿਸਨੂੰ ਕਰਨ ਦੀ ਇਜਾਜ਼ਤ ਧਰਮ ਕਦੀ ਵੀ ਨਹੀਂ ਦਿੰਦਾ ਹੈ। ਦੁੱਖ ਅਤੇ ਭੁੱਖ ਦੋਨੋਂ ਹੀ ਮਾੜੇ ਹਨ, ਪਰ ਇਹ ਲੱਗਦੇ ਕਿਹਨੂੰ ਹਨ? ਇਹ ਮਨਮੁਖ ਨੂੰ ਲੱਗਦੇ ਹਨ ਦੁੱਖ। ਸੱਚ ਹੈ, ਵਿਛੋੜੇ ਦਾ ਦੁੱਖ ਬੜਾ ਮਾੜਾ ਹੈ, ਭੁੱਖ ਦਾ ਦੁੱਖ ਬੜਾ ਮਾੜਾ ਹੈ, ਪਰ ਜਿਹਦੇ ਅੰਦਰ ਗੁਰੂ ਦਾ ਸ਼ਬਦ ਟਿਕਿਆ ਹੋਇਆ ਹੈ ਉਹ ਇਸ ਦੁੱਖ ਨੂੰ ਬਰਦਾਸ਼ਤ ਕਰ ਜਾਂਦਾ ਹੈ। ਦੁੱਖ ਸਹਿਣਾ ਬੜਾ ਔਖਾ ਹੈ। ਜਿਸਸ ਕ੍ਰਾਈਸਟ ਨੇ ਜਦੋਂ ਉਹਨੂੰ ਪਤਾ ਲੱਗਾ ਕਿ ਮੈਨੂੰ ਕ੍ਰੂਸੀਫਾਈਸ ਕਰਨਗੇ, ਉਹਨੇ ਇੱਕ ਅਰਦਾਸ ਕੀਤੀ ਸੀ ਕਿ ਹੇ ਭਗਵਾਨ, ਜੇ ਇਹ ਸ਼ਹਾਦਤ ਦਾ ਕੱਪ ਮੇਰੇ ਤੋਂ ਪਰੇ ਲਿਜਾਇਆ ਜਾ ਸਕਦਾ ਹੈ ਤਾਂ ਤੇਰੀ ਬੜੀ ਮਿਹਰਬਾਨੀ। ਪਰਮਾਤਮਾ ਕਹਿਣ ਲੱਗਾ ਤੂੰ ਚਿੰਤਾ ਨਾ ਕਰ, ਤੂੰ ਇਹ ਸ਼ਹਾਦਤ ਦਾ ਜਾਮ ਪੀਵੇਂਗਾ ਪਰ ਮੈਂ ਤੈਨੂੰ ਤਗੜਾ ਕਰ ਦੇਵਾਂਗਾ, ਬਲਵਾਨ ਕਰ ਦੇਵਾਂਗਾ ਆਤਮਿਕ ਤੌਰ ਤੇ। ਜਿਸਸ ਕ੍ਰਾਈਸਟ ਨੇ ਉਹ ਸ਼ਹਾਦਤ ਦਾ ਜਾਮ ਪੀਤਾ, ਪਰ ਪਰਮਾਤਮਾ ਨੇ ਉਸ ਨੂੰ ਬਲਵਾਨ ਕਰ ਦਿੱਤਾ। ਜਿਨ੍ਹਾਂ ਦੇ ਅੰਦਰ ਗੁਰੂ ਦਾ ਬਚਨ ਨਹੀਂ, ਉਹ ਜਾਰੋ ਜਾਰ ਰੋਂਦੇ ਹਨ ਦੁੱਖ ਅਤੇ ਭੁੱਖ ਦੇ ਵਿੱਚ, ਪਰ ਜਿਨ੍ਹਾਂ ਦੇ ਅੰਦਰ ਗੁਰੂ ਦਾ ਬਚਨ ਹੈ ਉਹ ਭੁੱਖੇ ਵੀ ਰਹਿ ਜਾਂਦੇ ਹਨ, ਤਿਹਾਏ ਵੀ ਰਹਿ ਜਾਂਦੇ ਹਨ। ਗੁਰੂ ਦੇ ਬਚਨ ਵਿੱਚ ਇਤਨੀ ਤਾਕਤ ਹੈ। ਦੁੱਖ ਭੂਖ ਮਿਟੈ ਤੇਰੋ ਸਹਿਸਾ। ਫਿਰ ਸਹਿਸਾ ਤੋਂ ਭਾਵ ਹੈ ਸਹਿਮ। ਸਹਿਮ ਕਿੱਥੋਂ ਪੈਦਾ ਹੁੰਦਾ? ਸਹਿਮ ਤਾਂ ਭਾਵ ਹੈ ਡਰ, ਫੀਅਰ। ਡਰ ਪੈਦਾ ਹੁੰਦਾ ਦੁੱਖ ਅਤੇ ਭੁੱਖ ਦੇ ਵਿੱਚੋਂ। ਦੁੱਖ ਦਾ ਜੋ ਵਿਪਰੀਤ ਸ਼ਬਦ ਹੈ ਉਹ ਹੈ ਸੁੱਖ, ਭੁੱਖ ਦਾ ਵਿਪਰੀਤ ਸ਼ਬਦ ਹੈ ਰੱਜ। ਹੁਣ ਸਹਿਮ ਕੀ ਪੈਦਾ ਹੋਇਆ? ਸਹਿਮ ਇਹ ਪੈਦਾ ਹੋਇਆ ਕਿ ਮੇਰਾ ਦੁੱਖ ਸੁੱਖ ਅਤੇ ਰਜੇਵਾਂ ਕਿਤੇ ਖਤਮ ਨਾ ਹੋ ਜਾਣ। ਰਜਿਆ ਹੋਇਆ ਮਨੁੱਖ ਇਹ ਸੋਚਦਾ ਹੈ ਕਿ ਕਿਤੇ ਮੇਰਾ ਸੁੱਖ ਨਾ ਚਲਾ ਜਾਵੇ, ਕਿਤੇ ਮੇਰੇ ਜਿਹੜੇ ਭੰਡਾਰ ਹਨ ਇਹ ਭੰਡਾਰ ਕਿਤੇ ਖਤਮ ਨਾ ਹੋ ਜਾਣ। ਜਦੋਂ ਇਹ ਸੋਚਦਾ, ਇਹ ਹੈ ਸਹਿਮ, ਇਹ ਹੈ ਡਰ। ਤਿੰਨ ਸਮੱਸਿਆਵਾਂ ਹਨ। ਪਹਿਲੀ ਹੈ ਦੁੱਖ, ਦੂਸਰੀ ਹੈ ਭੁੱਖ ਤੇ ਤੀਸਰਾ ਹੈ ਸਹਿਮ। ਮਨੁੱਖ ਹਰ ਵੇਲੇ ਸਹਿਮਿਆ ਰਹਿੰਦਾ ਹੈ। ਪਰ ਜਿਸ ਮਨੁੱਖ ਦੇ ਮਨ ਦੇ ਅੰਦਰ ਗੁਰੂ ਦਾ ਬਚਨ ਹੈ ਨਾ, ਜਿੱਥੇ ਗੁਰੂ ਦਾ ਬਚਨ ਟਿਕ ਗਿਆ, ਨਾ ਉੱਥੇ ਦੁੱਖ ਹੈ, ਨਾ ਉੱਥੇ ਭੁੱਖ ਹੈ, ਨਾ ਉੱਥੇ ਸਹਿਮ ਹੈ। ਉੱਥੇ ਕੀ ਹੈ? ਦੁੱਖ ਭੂਖ ਮਿਟੈ ਤੇਰੂ ਸਹਿਸਾ। ਹੇ ਜਿੰਦੇ, ਤੇਰਾ ਦੁੱਖ ਮਿਟ ਜਾਵੇਗਾ, ਤੇਰੀ ਭੁੱਖ ਮਿਟ ਜਾਵੇਗੀ, ਤੇਰਾ ਸਹਿਮ ਮਿਟ ਜਾਵੇਗਾ ਕਿ ਕਿਤੇ ਜ਼ਿੰਦਗੀ ਖਤਮ ਨਾ ਹੋ ਜਾਵੇ। ਇਹ ਡਰ ਵੀ ਖਤਮ ਹੋ ਜਾਵੇਗਾ। ਮਨੁੱਖ ਨੂੰ ਡਰ ਹੈ ਕਿਤੇ ਮੌਤ ਨਾ ਆ ਜਾਵੇ, ਪਰ ਜਿਹੜੇ ਗੁਰਮੁਖ ਹਨ ਉਹ ਮੌਤ ਤੋਂ ਨਹੀਂ ਡਰਦੇ, ਕਿਉਂਕਿ ਉਹਨਾਂ ਨੂੰ ਪਤਾ ਕਿ ਮੌਤ ਤੇ ਆਣੀ ਹੀ ਆਣੀ ਹੈ। ਉਹਨਾਂ ਨੂੰ ਗਿਆਨ ਹੋ ਜਾਂਦਾ ਕਿ ਮਰਨ ਲਿਖਾਏ ਮੰਡਲ ਮੈਂ ਆਏ, ਜੀਵਨ ਸਾਜੈ ਮਾਈ। ਉਹਨਾਂ ਨੂੰ ਗਿਆਨ ਹੋ ਜਾਂਦਾ ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਵਾਰੀ ਹੈ, ਜਿਸ ਕੈ ਜੀ ਪ੍ਰਾਨ ਹੈ ਕਿਉਂ ਸਾਹਿਬ ਮਨੋ ਵਿਸਾਰੀਏ। ਮੌਤ ਦਾ ਸਹਿਮ ਮੁੱਕ ਗਿਆ। ਮੌਤ ਦਾ ਸਹਿਮ ਕਿਸੇ ਜੰਤਰ ਮੰਤਰ ਤੰਤਰ ਦੇ ਨਾਲ ਨਹੀਂ ਮੁੱਕੇਗਾ। ਮੌਤ ਦਾ ਸਹਿਮ ਗੁਰੂ ਦੇ ਗਿਆਨ ਦੇ ਨਾਲ ਮੁੱਕੇਗਾ। ਮੈਂ ਪਹਿਲੇ ਕਿਹਾ ਕਿ ਗਿਆਨ ਦੇ ਨਾਲ ਹੀ ਧਰਮ ਟਿਕ ਸਕਦਾ ਹੈ, ਤੇ ਸਤਿਗੁਰ ਕਹਿੰਦੇ ਹਨ ਕਿ ਤੇਰਾ ਇਹ ਸਹਿਮ ਵੀ ਮੁੱਕ ਜਾਵੇਗਾ ਜਦੋਂ ਦੁੱਖ ਨਹੀਂ ਹੈ, ਭੁੱਖ ਨਹੀਂ ਹੈ, ਸਹਿਮ ਨਹੀਂ ਹੈ। ਤੇ ਫਿਰ ਕੀ ਹੋਵੇਗਾ? ਜਿੱਥੇ ਦੁੱਖ ਵੀ ਨਾ ਹੋਵੇ, ਜਿੱਥੇ ਭੁੱਖ ਵੀ ਨਾ ਹੋਵੇ, ਜਿੱਥੇ ਸਹਿਮ ਵੀ ਨਾ ਹੋਵੇ, ਉੱਥੇ ਕੀ ਹੋਵੇਗਾ? ਉੱਥੇ ਹੋਵੇਗਾ ਸੁੱਖ। ਸਤਿਗੁਰ ਕਹਿੰਦੇ ਸੁੱਖ ਪਾਵੇਂ ਤੂੰ ਸੁਖਮਨ ਨਾਰੀ। ਸੁਖਮਨ ਨਾਰੀ ਤੋਂ ਭਾਵ ਜੋ ਜੀਵ ਰੂਪ ਇਸਤਰੀ ਆਪਣੇ ਆਤਮਾ ਦੇ ਅੰਦਰ ਹਰ ਵੇਲੇ ਸੁੱਖ ਚਾਹੁੰਦੀ ਹੈ। ਸੁਖਮਨ ਨਾਰੀ ਤੋਂ ਭਾਵ ਹੈ ਉਹ ਜੀਵ ਰੂਪ ਇਸਤਰੀ ਜਿਹੜੀ ਆਪਣੇ ਹਿਰਦੇ ਦੇ ਅੰਦਰ ਹਰ ਵੇਲੇ ਆਤਮਿਕ ਸੁੱਖ ਚਾਹੁੰਦੀ ਹੈ, ਸੰਸਾਰਿਕ ਸੁੱਖ ਨਹੀਂ, ਆਤਮਿਕ ਸੁੱਖ। ਜਿਨ੍ਹਾਂ ਦੇ ਕੋਲ ਆਤਮਿਕ ਸੁੱਖ ਹੈ ਉਹਨਾਂ ਕੋਲ ਸੰਸਾਰਿਕ ਸੁੱਖ ਵੀ ਹੈ। ਜਿਨ੍ਹਾਂ ਕੋਲ ਆਤਮਿਕ ਸੁੱਖ ਹੈ ਉਹ ਤੇ ਝੁੱਗੀ ਦੇ ਵਿੱਚ ਵੀ ਸੁਖੀ ਹਨ। ਜਿਨ੍ਹਾਂ ਦੇ ਕੋਲ ਆਤਮਿਕ ਸੁੱਖ ਨਹੀਂ ਉਹ ਮਹਿਲਾਂ ਦੇ ਵਿੱਚ ਸੁੰਦਰ ਸੇਜਾਂ ਤੇ ਸੁੱਤੇ ਹੋਏ ਵੀ ਸੁਖੀ ਨਹੀਂ ਹਨ। ਇਸ ਲਈ
ਆਤਮਿਕ ਸੁਖ ਸ੍ਰੇਸ਼ਟ ਹੈ। ਆਤਮਿਕ ਸੁਖ ਦੀ ਚਾਹਨਾ ਕਰਨ ਵਾਲੀ ਜੀਵ ਰੂਪ ਇਸਤਰੀ ਵੀ ਸ੍ਰੇਸ਼ਟ ਹੈ। ਸਤਿਗੁਰੂ ਜੀ ਕਹਿੰਦੇ ਹਨ, ਇਹ ਜੀਵ ਰੂਪ ਇਸਤਰੀਏ, ਜੇ ਤੂੰ ਆਪਣੇ ਹਿਰਦੇ ਦੇ ਅੰਦਰ ਆਤਮਿਕ ਸੁਖ ਚਾਹੁੰਦੀ ਹੈ, ਤੈਨੂੰ ਸੁਖ ਹੀ ਮਿਲੇਗਾ। ਕਦੋਂ? ਜਦੋਂ ਤੇਰੀ ਦੁੱਖ ਭੁੱਖ ਅਤੇ ਸਹਿਮ ਚਲਾ ਜਾਵੇਗਾ, ਉਸ ਤੋਂ ਬਾਅਦ ਤੈਨੂੰ ਸੁਖ ਹੀ ਸੁਖ ਮਿਲੇਗਾ। ਚਰਨ ਪਖਾਰ ਕਰੋ ਗੁਰ ਸੇਵਾ, ਆਤਮ ਸੁਧ ਬਿਖ ਤਿਆਸ ਨਿਵਾਰੀ। ਇਸ ਲਈ ਚਰਨ ਪਖਾਰ ਕਰੋ ਗੁਰ ਸੇਵਾ। ਇੱਥੇ ਕਰੋ ਨਹੀਂ ਹੈ, ਕਰੋ। ਕਰੋ ਦਾ ਭਾਵ ਹੈ ਕਿ ਮੈਂ ਕਰਦਾ ਹਾਂ। ਕਰੋ ਦਾ ਭਾਵ ਹੈ ਇੱਕ ਆਰਡਰ ਹੈ ਕਿ ਤੂੰ ਕਰ। ਚਰਨ ਪਖਾਰ ਕਰੋ ਗੁਰ ਸੇਵਾ। ਇਹ ਭਾਈ, ਇਹ ਜੀਵ ਰੂਪ ਸੁੰਦਰ ਇਸਤਰੀਏ, ਤੂੰ ਗੁਰੂ ਦੇ ਚਰਨਾਂ ਨੂੰ ਪਕੜਨਾ ਕਰ, ਗੁਰੂ ਦੇ ਚਰਨਾਂ ਨੂੰ ਧੋਣਾ ਕਰ, ਗੁਰੂ ਦੀ ਸੇਵਾ ਕਰ। ਸੇਵਾ ਕਰ ਇੱਕ ਮਨ ਇੱਕ ਚਿੱਤ ਹੋ ਕੇ। ਸੇਵਾ ਦੇ ਨਾਲ ਕੀ ਹੋਏਗਾ? ਆਤਮ ਸੁਧ, ਤੇਰੀ ਆਤਮਾ ਜਿਹੜੀ ਨਾ ਸ਼ੁੱਧ ਹੋ ਜਾਵੇਗੀ ਸੇਵਾ ਦੇ ਦੁਆਰਾ। ਕਿਉਂਕਿ ਜਦੋਂ ਕਿਸੇ ਦੇ ਝੂਠੇ ਭਾਂਡੇ ਮਾਂਜਦੇ ਆ ਨਾ, ਕੋਈ ਸਾਨੂੰ ਜ਼ਬਰਦਸਤੀ ਕਵੇ ਕਿ ਮੇਰੇ ਝੂਠੇ ਭਾਂਡੇ ਮਾਂਜ, ਮਨੁੱਖ ਕਦੀ ਨਹੀਂ ਮਾਂਜਦਾ। ਉਹਦਾ ਆਪਾ ਆ ਕੇ ਖੜਾ ਹੋ ਜਾਂਦਾ ਕਿ ਮੈਂ ਇਹਦੇ ਭਾਂਡੇ ਕਿਉਂ ਮਾਂਜਾਂ। ਪਰ ਜਦੋਂ ਕੋਈ ਗੁਰੂ ਕੇ ਦੁਆਰੇ ਆ ਕੇ ਸੰਗਤ ਦੇ ਝੂਠੇ ਭਾਂਡੇ ਮਾਂਜਦਾ ਹੈ, ਸੰਗਤ ਦੇ ਜੋੜਿਆਂ ਨੂੰ ਪੋਲਿਸ਼ ਕਰਦਾ ਹੈ, ਜਦੋਂ ਕੋਈ ਸਿੱਖ ਗੁਰੂ ਘਰ ਆ ਕੇ ਝਾੜੂ ਮਾਰਦਾ ਹੈ, ਤੇ ਸਾਧ ਸੰਗਤ ਦੀ ਸੇਵਾ ਦੇ ਨਾਲ ਜਦੋਂ ਉਹ ਭਾਂਡੇ ਮਾਂਜਦਾ ਹੈ, ਜਿੱਥੇ ਉਹਦੇ ਹੱਥ ਸਾਫ਼ ਹੁੰਦੇ ਹਨ, ਉੱਥੇ ਉਹਦਾ ਮਨ ਵੀ ਸਾਫ਼ ਹੋ ਜਾਂਦਾ ਹੈ। ਗੁਰੂ ਹਰਾਏ ਜੀ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਇਹ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਲੰਗਰ ਵਿੱਚ ਖੜੋ ਕੇ ਭਾਂਡੇ ਮਾਂਜਦੇ ਹੋ ਨਾ, ਉਦੋਂ ਆਪਣਾ ਮਨ ਵੀ ਨਾਲ ਦੀ ਨਾਲ ਹੀ ਮਾਂਜਦੇ ਰਿਹਾ ਕਰੋ। ਜਿਸ ਤਰ੍ਹਾਂ ਘਰ ਦੇ ਵਿੱਚ ਆਪਣੇ ਭਾਂਡੇ ਨੂੰ ਬੜੀ ਸਾਫ਼ ਤਰੀਕੇ ਨਾਲ ਲਿਸ਼ਕਾ ਕੇ ਰੱਖਦੇ ਹੋ, ਮੇਰੀਆਂ ਭੈਣਾਂ ਘਰ ਵਿੱਚ ਭਾਂਡੇ ਮਾਂਜ ਕੇ ਸਾਫ਼ ਕਰਕੇ ਉਹਨਾਂ ਨੂੰ ਰੱਖਦੀਆਂ ਹਨ, ਇਸੇ ਤਰ੍ਹਾਂ ਹੀ ਆਪਣੇ ਮਨ ਨੂੰ ਵੀ ਲਿਸ਼ਕਾਉਣਾ ਹੈ। ਜਿਸ ਤਰ੍ਹਾਂ ਭਾਂਡੇ ਦੇ ਵਿੱਚੋਂ ਅਸੀਂ ਕਹਿੰਦੇ ਕਿ ਇੰਨਾ ਸਾਫ਼ ਕਰੋ ਕਿ ਉਹਦੇ ਵਿੱਚ ਮੂੰਹ ਦਿਖ ਜਾਵੇ, ਆਪਣੇ ਮਨ ਨੂੰ ਵੀ ਇਤਨਾ ਸਾਫ਼ ਕਰੋ ਉਹਦੇ ਵਿੱਚੋਂ ਸਾਡਾ ਪ੍ਰਤਿਬਿੰਬ ਦਿਖ ਜਾਵੇ ਕਿ ਸਾਡਾ ਜੀਵਨ ਕਿਹੋ ਜਿਹਾ ਹੈ। ਸਤਿਗੁਰੂ ਜੀ ਕਹਿੰਦੇ ਹਨ, ਸੇਵਾ ਦੇ ਦੁਆਰਾ ਜਿਹੜੀ ਸ਼ੁੱਧ ਸੇਵਾ ਹੈ, ਗੁਰੂ ਦੀ ਸੇਵਾ ਕਰਨ ਦੇ ਨਾਲ ਭਾਈ ਆਤਮਿਕ ਸ਼ੁੱਧੀ ਦੀ ਪ੍ਰਾਪਤੀ ਹੁੰਦੀ ਹੈ। ਮਨੁੱਖ ਦੇ ਅੰਦਰ ਦੀ ਜਿਤਨੀ ਵੀ ਮੈਲ ਹੈ ਸਾਰੀ ਸਾਫ਼ ਹੋ ਜਾਂਦੀ ਹੈ। ਤੇ ਬਿਖ ਤਿਆਸ ਨਿਵਾਰੀ। ਬਿਖ ਤੋਂ ਭਾਵ ਹੈ ਵਿਕਾਰਾਂ ਵਾਲੀ, ਤਿਆਸ ਤੋਂ ਭਾਵ ਪਿਆਸ। ਜਿਹੜੀ ਵਿਕਾਰਾਂ ਦੀ ਪਿਆਸ ਹੈ, ਉਹ ਸਾਰੀ ਪਿਆਸ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਮਨੁੱਖ ਨੂੰ ਫਿਰ ਸੱਚੇ ਨਾਮ ਦੀ ਭੁੱਖ ਲੱਗਦੀ ਹੈ, ਫਿਰ ਪਦਾਰਥਾਂ ਦੀ ਭੁੱਖ ਨਹੀਂ ਲੱਗਦੀ, ਫਿਰ ਸੱਚੇ ਨਾਮ ਦੀ ਭੁੱਖ ਲੱਗਦੀ ਹੈ। ਦਾਸਨ ਕੀ ਹੋਏ ਦਾਸ ਦਾਸਰੀ, ਤਾ ਪਾਵੇ ਸੋਭਾ ਹਰ ਦੁਆਰੀ। ਗੁਰਬਾਣੀ ਸਾਰੀ ਹੀ ਕੰਡੀਸ਼ਨਲ ਹੈ। ਮੈਂ ਬਾਰ-ਬਾਰ ਕਹਿਣਾ ਹੁੰਦਾ ਹਾਂ, ਸ਼ਾਇਦ ਤੁਸੀਂ ਇਹ ਗੱਲ ਬਹੁਤ ਘੱਟ ਸੁਣੀ ਹੋਵੇ, ਪਰ ਗੱਲ ਇਹ ਹੈ ਕਿ ਗੁਰਬਾਣੀ ਸਾਰੀ ਹੀ ਕੰਡੀਸ਼ਨਲ ਹੈ। ਕਿਉਂਕਿ ਸੰਸਾਰ ਦਾ ਨਿਯਮ ਹੈ ਨਥਿੰਗ ਫॉर ਨਥਿੰਗ, ਕੁਝ ਵੀ ਵਾਸਤੇ ਕੁਝ ਵੀ ਨਹੀਂ, ਨੋ ਗੇਨ ਨੋ ਪੇਨ। ਗੁਰਬਾਣੀ ਵੀ ਸਾਨੂੰ ਇਹ ਸਿਧਾਂਤ ਦਿੰਦੀ ਹੈ, ਦਾਸਨ ਕੀ ਹੋਏ ਦਾਸ ਦਾਸਰੀ। ਤਾਂ ਕੰਡੀਸ਼ਨਲ ਸ਼ਬਦ ਹੈ। ਜੇ ਤੂੰ ਮੈਨੂੰ 10 ਰੁਪਏ ਦੇਵੇਂ ਤਾਂ ਮੈਂ ਤੇਰੇ ਘਰ ਦਾ ਕੰਮ ਕਰਾਂਗਾ, ਜੇ ਤੂੰ ਮੈਨੂੰ 10 ਰੁਪਏ ਦੇਵੇਂ ਤਾਂ, ਅਦਰਵਾਈਜ਼ ਨਹੀਂ। ਕੰਡੀਸ਼ਨ ਹੈ ਤਾਂ। ਗੁਰੂ ਜੀ ਕਹਿੰਦੇ ਦਾਸਨ ਕੀ ਹੋਏ ਦਾਸ ਦਾਸਰੀ। ਇਹ ਜੀਵ ਰੂਪ ਇਸਤਰੀ ਹੈ। ਜੇ ਤੂੰ ਪਰਿਪੂਰਨ ਪਰਮਾਤਮਾ ਦੇ ਦਾਸਾਂ ਦੀ ਵੀ ਦਾਸਰੀ ਬਣ ਜਾਵੇਂ, ਦਾਸਨ ਕੀ ਹੋਏ ਦਾਸ ਦਾ, ਜਿਹੜੇ ਉਹਨਾਂ ਦਾਸਾਂ ਦੀ ਵੀ ਦਾਸ। ਇਹ ਕੰਡੀਸ਼ਨ ਹੈ ਕਿ ਆਪ ਨਹੀਂ ਜਥੇਦਾਰ ਬਣਨਾ, ਦਾਸਾਂ ਦੇ ਵੀ ਦਾਸ, ਉਹਨਾਂ ਦੇ ਅੱਗੋਂ ਦਾਸ ਬਣਨਾ ਹੈ ਜੇ ਸੁੱਖ ਚਾਹੀਦਾ ਹੈ। ਤੇ ਇਹਦਾ ਭਾਵ ਕੀ ਹੈ? ਗੁਰੂ ਜੀ ਚਾਹੁੰਦੇ ਹਨ ਕਿ ਸਿੱਖ ਦੇ ਅੰਦਰ ਜਿਹੜਾ ਮਾੜਾ ਮੋਟਾ ਆਪੇ ਦਾ ਅੰਸ਼ ਹੈ ਨਾ, ਉਹ ਖਤਮ ਹੋ ਜਾਵੇ। ਸਿੱਖ
गुरु के द्वारे आके कह दे वाहिगुरु मेरा नहीं हो जाएगा ना, ये सब कुछ तेरा है। गुरु जे महल भी देवे तो कह देवे ਇਹ पी दात तेरी दातार, ये कह देवे सतगुर मैं एक ਇੱਟ नहीं लाई अपने घर विच, ये सब कुछ करने वाला तू है। यह है दासां दे दास होण दा भाव। सतगुर कहंदे जदों तू जीवन दी इहो जी तेरी चाली बन जाएगी तां पावैं शोभा हर द्वारी, तां हरि दे द्वार भी तेनों शोभा मिल सकती है, तां हरि दे द्वार विच तेनों मान मिल सकता है। अगर अपना जीवन तो इहो जिहा बना लवें तां एही आचार एही व्यवहार आज्ञा मान होए भगत तुम्हारी। आचार शब्द हुंदा है वरतिया जांदा है किसी खास मौके ते कुछ खास काम करने वाले। जिस तरह उदाहरण के तौर ते करवा चौथ दे वर्त ते जनानियां अपनी सस्सां दे मत्था टेकदियां हन, या एक उदाहरण दे रहा सिर्फ समझने वास्ते, या थाली विच दीवे जला लैंदियां हन। एक विशेष जगह तो विशेष समय ते करन वाला कर्म है। जिस तरह कोई खास दिन होवे तो किते जाके कोई दीवा जगावे, ये आचार इहो जे कर्म हैं। जदों कि खास जगह ते कोई कर्म कांड करना होवे, यही आचार यही व्यवहारा। कह लगे तेरा यही आचार होवे केड़ा, अगे चल के समझांगे। यही व्यवहारा, व्यवहार तो भाव है तेरे जीवन दे नित क्रिया। जिस तरह लोकी संसार दे अंदर कोई दीवे जगांदा है, कोई मड़ियां ते जाके मत्थे टेकदा है, सिख नूं ये कुछ करन दी लोड़ नहीं है। सिख दे जीवन दा व्यवहार आग्या मान भगत होए तुम्हारी। सिख दा आचार की है, सिख दा व्यवहार की है, गुरु दी आग्या नूं मनना। यह है बात। गुरु दी आग्या सिख दे जीवन दे अंदर सर्वप्रथम है, सर्वश्रेष्ठ है। गुरु दी आग्या मनना सिख दा सब तो पहला काम है। दूसरे काम बाद दे विच ने, पहले गुरु दी आग्या, पहले नितनेम, फिर कुछ होर। पहले धन गुरु ग्रंथ साहिब जी महाराज दे दर्शन, फिर कुछ होर। सब तो पहले गुरु दी आग्या। सतगुरु जी कहते तेरे जीवन का यही आचार होवे। तेरे जीवन का आचार किते जाके दीवे बालना नहीं है, किते मड़ियां ते जाके मत्था टेकना नहीं है, किसी जंतर वाले को तांत्रिक दे कोल जाना, किसी डेरेदार साध कोल जाना तेरा आचार नहीं है। तेरे ये जीवन का व्यवहार नहीं है। तेरा जीवन का आचार अते व्यवहार है धन गुरु ग्रंथ साहिब जी महाराज की आग्या नूं मन लेना। बस जो गुरु कह रहा है, गुरु दे बचना नूं मन लेना, गुरु दे बचना ते आपा निछावर कर देना। ये तेरे जीवन का आचार अते व्यवहार होवे। ऐ सुंदर नारीए, फिर भगत होए तुम्हारी। फिर तेरी जिहड़ी प्रेमा भगती है वो स्वीकार होवेगी, वो प्रवान होवेगी। अदरवाइज ना तेरी भगती प्रवान है, ना तेरा इहो जिहा आचार प्रवान, ते ना कोई व्यवहार। साडा व्यवहार गुरमत वाला होना चाहिए है, जिहदे अंदर गुरु दी मत झलकदी होवे। गुरु साहब ने बाणी दे अंदर सानू कहा ना कि दुख वेले सुख वेले केवल अते केवल धन श्री गुरु ग्रंथ साहब जी महाराज की ओट अते आसरा। सिख रहत मर्यादा भी सानू यही आदेश देंदी है कि सिख हर वेले जीवन दे हर काल दे अंदर, भावें समा कठिन है भावें सुखाला है, सिख हर वेले गुरु दे नाल जुड़िया रहे। जे सिख ने घर विच शादी करनी है तां भी गुर मर्यादा अनुसार, जे सिख ने घर दे अंदर कोई दुख है वो भी रहत मर्यादा दे अनुसार। सिखो शब्द प्यारियो जन्म मरण की टेक, मुख उज्जल सदा सुखी नानक सिमरत एक। सानू ते आदेश दिता गया कि हर वेले गुरु दे शब्द दा ही सहारा लेना है। गुरु दे शब्द तो बिना कोई दूसरी बात नहीं करनी। भाई गुरदास जी ने सिद्धा नूं यही गल कही सी, गुर संगत बाणी बिना
ਦੂਜੀ ਓਟ ਨਹੀਂ ਹੈ ਰਾਈ ਐਸਿਦੋ। ਗੁਰੂ ਸੰਗਤ ਅਤੇ ਬਾਣੀ ਤੋਂ ਬਿਨਾ ਕਿਸੇ ਹੋਰ ਚੀਜ਼ ਦੀ ਰੰਚਕ ਮਾਤਰਾ ਜਿੰਨਾ ਵੀ ਆਸਰਾ ਅਸੀਂ ਨਹੀਂ ਤੱਕਦੇ। ਅਸੀਂ ਕੇਵਲ ਅਤੇ ਕੇਵਲ ਆਪਣੇ ਗੁਰੂ ਵੱਲ ਤੱਕਦੇ। ਇਹ ਹੈ ਕਿ ਸਾਧ ਸੰਗਤ, ਇਹ ਹੈ ਇੱਕ ਮੰਤਰ। ਮੰਤਰ ਤੋਂ ਭਾਵ ਹੈ ਉਪਦੇਸ਼, ਸਲਾਹ, ਐਡਵਾਈਸ। ਹੁਣ ਗੁਰੂ ਜੀ ਅਖੀਰਲੀ ਪੰਕਤੀ ਦੇ ਅੰਦਰ ਸ਼ਬਦ ਦਾ ਜੋ ਤੱਤ ਸਾਰ ਸਾਨੂੰ ਦੱਸ ਰਹੇ ਹਨ, ਆਓ ਉਹ ਸਰਵਣ ਕਰੀਏ ਜੀ। ਜੋ ਇਹ ਮੰਤਰ ਕਮਾਵੇ ਨਾਨਕ, ਸੋ ਭੋਜਲ ਪਾਰ ਤਾਰੀ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜੋ ਇਸ ਮੰਤਰ ਦੀ ਕਮਾਈ ਕਰ ਲੈਂਦਾ ਹੈ। ਮੰਤਰ, ਮੂਲ ਮੰਤਰ ਸਾਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤਾ, ਜਿਹਦਾ ਸਰੂਪ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਅਸੀਂ ਹਰ ਰੋਜ਼ ਪੜ੍ਹਦੇ ਹਾਂ। ਇਹ ਮੂਲ ਮੰਤਰ ਸਾਡਾ ਜੀਵਨ ਹੈ। ਸਾਡਾ ਜੀਵਨ ਇਸ ਮੂਲ ਮੰਤਰ ਦੇ ਆਲੇ ਦੁਆਲੇ ਹੀ ਘੁੰਮਣਾ ਚਾਹੀਦਾ ਹੈ। ਸਾਡਾ ਜੀਵਨ ਮੂਲ ਮੰਤਰ ਦੇ ਅਨੁਸਾਰੀ ਹੀ ਹੋਣਾ ਚਾਹੀਦਾ ਹੈ। ਇਹ ਗੁਰੂ ਜੀ ਨੇ ਸਾਨੂੰ ਸਲਾਹ ਦਿੱਤੀ ਹੈ, ਉਪਦੇਸ਼ ਦਿੱਤਾ ਹੈ। ਇਸ ਮੂਲ ਮੰਤਰ ਨੂੰ ਜਪ ਕੇ ਆਪਣੇ ਹਿਰਦੇ ਦੇ ਅੰਦਰ ਵਸਾਉਣਾ ਹੈ। ਕੇਵਲ ਜਪਨ ਤੱਕ ਹੀ ਨਹੀਂ ਰਹਿਣਾ, ਕਿਉਂਕਿ ਕਈ ਵਾਰੀ ਸਾਰੀ ਉਮਰ ਨਿਤਨੇਮ ਹੀ ਕਰਦੇ ਰਹਿੰਦੇ ਹਾਂ, ਪਰ ਨਿਤਨੇਮ ਦਾ ਅਸਰ ਸਾਡੇ ਜੀਵਨ ਤੇ ਨਹੀਂ ਹੁੰਦਾ। ਬੜੀ ਬਦਕਿਸਮਤੀ ਹੈ। ਇਹ ਅਸਰ ਨਾ ਸਾਡੇ ਪ੍ਰਚਾਰਕਾਂ ਤੇ ਦਿਖਦਾ ਹੈ, ਨਾ ਆਮ ਮਨੁੱਖ ਤੇ ਵੀ ਨਹੀਂ ਦਿਖਦਾ ਅਸਰ, ਕਿਉਂਕਿ ਸਮਾਜ ਅਜੇ ਜਿਉਂ ਦਾ ਤਿਉਂ ਹੈ। ਅਜੇ ਵੀ ਸਮਾਜ ਤੇ ਉਹੀ ਨਫ਼ਰਤ ਹੈ, ਉਹੀ ਗਿਲਾਨੀ ਹੈ, ਉਹੀ ਝੂਠਾ ਧੰਦਾ ਪਿੱਟਦਾ ਪਿਆ ਹੈ ਸਮਾਜ। ਅਜੇ ਸਮਾਜ ਦੇ ਅੰਦਰ ਕੋਈ ਬੜਾ ਅੰਤਰ ਨਹੀਂ ਪਿਆ। ਲੋੜ ਤੇ ਹੈ ਕਿ ਗੁਰੂ ਦੇ ਉਪਦੇਸ਼ ਨੂੰ ਕਮਾਉਣ ਦੀ, ਕਿਉਂਕਿ ਜਦ ਤੱਕ ਗੁਰੂ ਦਾ ਉਪਦੇਸ਼ ਕਮਾਇਆ ਨਹੀਂ ਜਾਵੇਗਾ, ਕਿਉਂਕਿ ਗੁਰਬਾਣੀ ਬੜਾ ਸਪਸ਼ਟ ਸੰਕੇਤ ਦਿੰਦੀ ਹੈ ਕਿ ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੇ। ਗਾਵਿਆ ਸੁਣਿਆ ਉਹਨਾਂ ਦਾ ਹਰੀ ਪ੍ਰਵਾਨ ਕਰਦਾ ਹੈ, ਉਹਨਾਂ ਦਾ ਥਾਏ ਪੈਂਦਾ ਹੈ। ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਿਆ ਹੈ, ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਉਹਨਾਂ ਦਾ ਗਾਵਿਆ ਸੁਣਿਆ ਪ੍ਰਵਾਨ ਹੁੰਦਾ ਹੈ। ਵਰਨਾ ਗਾਵਿਆ ਸੁਣਿਆ ਇਸ ਕੰਨ ਚੋਂ ਸੁਣਿਆ ਦੂਸਰੇ ਚੋਂ ਕੱਢ ਦਿੱਤਾ, ਉਹਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ। ਜਦ ਤੱਕ ਕਮਾਈ ਨਹੀਂ ਹੁੰਦੀ, ਜਦ ਤੱਕ ਮਨੁੱਖ ਕੰਮ ਤੇ ਨਹੀਂ ਜਾਵੇਗਾ, ਕਿ ਘਰ ਬੈਠਾ ਕੰਮ ਕਰਦਾ ਰਵੇ ਤੇ ਆ ਕੇ ਪੀਪੇ ਵਿੱਚ ਆਟਾ ਨਹੀਂ ਪਵੇਗਾ। ਪੀਪੇ ਵਿੱਚ ਆਟਾ ਉਦੋਂ ਪਏਗਾ ਜਦੋਂ ਕਿ ਮਨੁੱਖ ਬਾਹਰ ਜਾ ਕੇ ਕੰਮ ਕਰੇਗਾ, ਪੈਸੇ ਲੈ ਕੇ ਆਏਗਾ, ਉਹਨਾਂ ਪੈਸਿਆਂ ਨਾਲ ਸਿੱਧਾ ਖਰੀਦ ਕੇ ਲਿਆਵੇਗਾ, ਘਰ ਵਿੱਚ ਰਾਸ਼ਨ ਫੇਰ ਪਵੇਗਾ। ਐਵੇਂ ਰਾਸ਼ਨ ਨਹੀਂ ਪੈਣ ਲੱਗਾ। ਠੀਕ ਇਸੇ ਤਰੀਕੇ ਦੇ ਨਾਲ ਇਸ ਹਿਰਦੇ ਦੇ ਅੰਦਰ ਰਾਸ਼ਨ ਪਾਣਾ ਹੈ ਨਾਮ ਦਾ, ਉਹ ਤਾਂ ਪਵੇਗਾ ਜਦੋਂ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਜਾਵੇਗੀ, ਗੁਰੂ ਦੀ ਸਲਾਹ ਨੂੰ ਮੰਨਿਆ ਜਾਵੇਗਾ। ਸਤਿਗੁਰ ਕਹਿੰਦੇ ਜੋ ਇਹ ਮੰਤਰ ਕਮਾਵੇ ਨਾਨਕ, ਇਹ ਨਾਨਕ ਜੋ ਇਸ ਉਪਦੇਸ਼ ਦੀ ਕਮਾਈ ਕਰ ਲੈਂਦਾ ਹੈ। ਸਾਡੇ ਸਾਹਮਣੇ ਉਹ ਤਸਵੀਰਾਂ ਹਨ, ਸਾਡੇ ਸਾਹਮਣੇ ਉਹ ਇਤਿਹਾਸ ਹੈ ਜਿਨ੍ਹਾਂ ਨੇ ਉਪਦੇਸ਼ ਦੀ ਕਮਾਈ ਕੀਤੀ। ਅੱਜ ਉਹਨਾਂ ਨੂੰ ਨਤਮਸਤਕ ਹੋਈਦਾ ਹੈ, ਉਹਨਾਂ ਦੇ ਦਿਨ ਮਨਾਏ ਜਾਂਦੇ ਹਨ। ਲੋਕ ਉਹਨਾਂ ਨੂੰ ਸ਼ਹੀਦਾਂ ਦੇ ਨਾਮ ਨਾਲ ਯਾਦ ਕਰਦੇ ਹਨ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੋਈ ਹੈ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨਿਆ ਹੋਇਆ ਹੈ। ਫਿਰ ਸ਼ਬਦ ਨੂੰ ਮੰਨਣ ਦਾ ਇੱਕ ਹੋਰ ਲਾਭ ਹੈ। ਸਤਿਗੁਰ ਕਹਿੰਦੇ ਸੋ ਭੌਜਲ ਪਾਰ ਉਤਾਰੀ। ਜੋ ਤੇ ਸੋ, ਇਹਨਾਂ ਦੋ ਸ਼ਬਦਾਂ ਦਾ ਆਪਸ ਵਿੱਚ ਕੰਟੈਕਟ ਹੈ। ਜੋ 10 ਰੁਪਏ ਦੇਗਾ, ਸੋ ਬੀਚ ਤੇ ਯਾਤਰਾ ਵਾਸਤੇ ਜਾਏਗਾ। ਜੋ ਇਹ ਮੰਤਰ ਕਮਾਵੇ ਨਾਨਕ, ਹੈ ਨਾਨਕ ਜੋ ਇਸ ਸ਼ਬਦ ਦੀ ਕਮਾਈ ਕਰ ਲਵੇਗਾ, ਸੋ ਭੌਜਲ ਪਾਰ ਉਤਾਰੀ। ਉਹ ਜਿਹੜਾ ਮਨੁੱਖ ਹੈ ਉਹ ਇਸ ਭੌਜਲ ਸੰਸਾਰ ਤੋਂ ਤਰ ਜਾਏਗਾ। ਇਹ ਭੌਜਲ ਸੰਸਾਰ ਬੜਾ ਬਿਖਮ ਹੈ। ਇਹਦੇ ਅੰਦਰ ਵਿਕਾਰਾਂ ਦੀਆਂ ਲਾਟਾਂ ਮਗਦੀਆਂ ਪਈਆਂ ਹਨ। ਤ੍ਰਿਸ਼ਨਾ ਦਾ ਤੂਫਾਨ ਇਸ ਸਮੁੰਦਰ ਦੇ ਅੰਦਰ ਆਇਆ ਹੋਇਆ ਹੈ। ਜਿਹਦੇ ਕੋਲ ਭਾਈ ਗੁਰੂ ਉਪਦੇਸ਼ ਹੈ, ਜੇ ਅੰਨੇ ਦੇ ਹੱਥ ਵਿੱਚ ਡੰਗੋਰੀ ਹੈ,
ਤੇ ਉਹ ਆਪਣਾ ਰਸਤਾ ਡੰਗੋਰੀ ਦੇ ਨਾਲ ਪਾਰ ਕਰ ਜਾਵੇਗਾ। ਜਿਸ ਤਰ੍ਹਾਂ ਅੰਨੇ ਦੇ ਹੱਥ ਵਿੱਚ ਡੰਗੋਰੀ ਹੈ, ਠੀਕ ਉਸੇ ਤਰੀਕੇ ਦੇ ਨਾਲ ਸਾਡੇ ਕੋਲ ਗੁਰੂ ਦੇ ਸ਼ਬਦ ਰੂਪੀ ਡੰਗੋਰੀ ਹੈ। ਜਿਨ੍ਹਾਂ ਦੇ ਕੋਲ ਸ਼ਬਦ ਰੂਪੀ ਡੰਗੋਰੀ ਹੈ, ਇਸ ਭਵਜਲ ਸੰਸਾਰ ਤੋਂ ਉਹ ਤਰ ਜਾਣਗੇ। ਇਸ ਲਈ ਲੋੜ ਹੈ ਕਿ ਗੁਰੂ ਦੇ ਸ਼ਬਦ ਨੂੰ ਕਮਾਇਆ ਜਾਵੇ। ਗੁਰੂ ਉਪਦੇਸ਼ ਜੋ ਅਸੀਂ ਸੁਣਦੇ ਹਾਂ, ਆਪਣੇ ਜੀਵਨ ਦੇ ਅੰਦਰ ਉਸ ਨੂੰ ਕਮਾਇਆ ਜਾਵੇ। ਸਾਡੇ ਜੀਵਨ ਦੇ ਅੰਦਰ ਚੰਗੀਆਂ ਕਦਰਾਂ ਕੀਮਤਾਂ ਹੋਣ, ਸਾਡੇ ਜੀਵਨ ਦੇ ਅੰਦਰ ਸਤ ਆਵੇ, ਸਾਡੇ ਜੀਵਨ ਦੇ ਅੰਦਰ ਸੰਤੋਖ ਆਵੇ। ਜਿੱਥੇ ਸੰਤੋਖ ਹੈ ਉੱਥੇ ਫਿਰ ਅਸੰਤੋਖ ਨਹੀਂ ਹੈ। ਜਿੱਥੇ ਸਤ ਹੈ ਉੱਥੇ ਝੂਠ ਨਹੀਂ ਹੈ। ਜਿੱਥੇ ਤ੍ਰਿਸ਼ਨਾ ਹੈ ਉੱਥੇ ਰਜ ਨਹੀਂ ਹੈ। ਜਿੱਥੇ ਰਜ ਹੈ ਫਿਰ ਉੱਥੇ ਤ੍ਰਿਸ਼ਨਾ ਨਹੀਂ ਹੈ। ਇਸ ਲਈ ਚੰਗੇ ਜਿਹੜੇ ਗੁਣ ਹਨ ਉਹ ਸਾਡੇ ਜੀਵਨ ਦੇ ਅੰਦਰ ਸੁਖ ਲਿਆਣਗੇ। ਇਸ ਲਈ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹ। ਸੁਖ ਚਾਹੁੰਦੇ ਹਾਂ ਤੇ ਸੁਖ ਗੁਰੂ ਦੇ ਕੋਲ ਹੈ। ਪਿਆਰ ਵਾਲਿਓ, ਗੁਰੂ ਜੋ ਗਿਆਨ ਬਖਸ਼ਦਾ ਉਸ ਦੇ ਵਿੱਚ ਸੁਖ ਹੈ। ਸਤਿਗੁਰ ਰਹਿਮਤ ਕਰਨ ਇਹ ਵਿਚਾਰਾਂ ਸਾਡੇ ਜੀਵਨ ਦਾ ਆਧਾਰ ਅਤੇ ਸ਼ਿੰਗਾਰ ਬਣ ਜਾਣ, ਜਿਸ ਦੁਆਰਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋ ਸਕਣ। ਮਾਨ ਸਨਮਾਨ ਲਈ ਧੰਨਵਾਦ। ਬੇਅੰਤ ਭੁੱਲ ਨਾ ਲੇਖੇ ਮਾਂ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਲਾ ਤੀਜਾ।